ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਬਾਹੂਬਲੀ ਦੀ ਤੇ ਬਾਹੂਬਲੀ ਦੇ ਬਾਹੂਬਲੀ ਬਿੱਲ ਦੀ ਜ਼ਿਕਰ ਕਰਾਂਗੇ। ਮੁਖਤਾਰ ਅੰਸਾਰੀ ਦਾ ਉੱਤਰ ਪ੍ਰਦੇਸ਼ ਦਾ ਕਥਿਤ ਡੌਨ ਮੁਖਤਾਰ ਅੰਸਾਰੀ ਪੰਜਾਬ ਦੀ ਜੇਲ੍ਹ ਦੇ ਵਿੱਚ ਰਿਹਾ ਤੇ ਪੰਜਾਬ ਦੇ ਵਿੱਚ ਹੀ ਰੱਖਣ ਦੇ ਲਈ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ। ਤਤਕਾਲੀ ਸਰਕਾਰ ਦੇ ਵੱਲੋਂ ਜਿਸ ਵਕੀਲ ਨੂੰ ਕੀਤਾ ਗਿਆ ਉਸ ਦਾ ਬਕਾਇਆ ਬਿੱਲ ਹੈ 55 ਲੱਖ ਰੁਪਏ ਦਾ। ਵਕੀਲ ਜੋ ਕੀਤੇ ਗਏ ਉਹਨਾਂ ਦੀ ਇੱਕ ਪੇਸ਼ੀ ਦਾ ਚਾਰਜ ਹੈ ਜਾਂ ਕਹੀਏ ਕਿ ਫੀਸ ਹੈ 11 ਲੱਖ ਰੁਪਏ। 5 ਪੇਸ਼ੀਆਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਪੇਸ਼ ਹੋਏ 55 ਲੱਖ ਰੁਪਇਆ ਬਣਦਾ ਹੈ। ਵੈਸੇ ਆਮ ਤੌਰ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੇ ਲਈ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ, ਪਰ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਨਾ ਭੇਜਿਆ ਜਾਵੇ, ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਇਸ ਲਈ ਲੱਖਾਂ ਖਰਚ ਕਰ ਦਿੱਤੇ ਗਏ ਸਨ। ਪਰ ਹੁਣ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਮਹਿੰਗੇ ਵਕੀਲ ਕਰਨ ਦੇ ਆਰਡਰ ਦਿੱਤੇ ਗਏ ਸੀ, ਫੀਸ ਵੀ ਉਹਨਾਂ ਤੋਂ ਹੀ ਵਸੂਲੀ ਜਾਵੇਗੀ ਜਿਹੜਾ 55 ਲੱਖ ਰੁਪਇਆ ਬਕਾਇਆ ਖੜਾ ਹੈ। ਸਿੱਧਾ ਮਤਲਬ ਹੈ ਸਾਬਕਾ ਸਰਕਾਰ ਦੇ ਅਹੁਦੇਦਾਰਾਂ ਵਾਲੇ ਪਾਸੇ ਇਸ਼ਾਰਾ ਕੀਤਾ ਜਾ ਰਿਹਾ ਹੈ। ਅੱਜ ਚਰਚਾ ਕਿ ਆਖਿਰ ਕਾਨੂੰਨ ਦੇ ਤਹਿਤ ਇਹ ਮੁਮਕਿਨ ਹੈ ਕਿ ਆਰਡਰ ਦੇਣ ਵਾਲੇ ਤੋਂ ਵਸੂਲੀ ਕੀਤੀ ਜਾ ਸਕੇ, ਯਾਨੀ ਸਾਬਕਾ ਸਰਕਾਰ 'ਚ ਕੋਈ ਮੰਤਰੀ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਉਸ ਤੋਂ ਵਸੂਲੀ ਕਰ ਲਈ ਜਾਵੇ ਕਿ ਤੁਸੀਂ ਆਰਡਰ ਦਿੱਤਾ ਸੀ, ਪੈਸੇ ਦਿਓ। ਕੀ ਇਹ ਪੋਸੀਬਲ ਹੈ? ਅੰਸਾਰੀ ਦੇ ਨਾਲ ਕਿਸ ਦੀ ਇੰਨੀ ਗੂੜੀ ਯਾਰੀ ਪੈ ਗਈ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਗਏ, ਬਹੁਤ ਮਹਿੰਗੇ ਵਕੀਲ ਕਰ ਲਏ ਗਏ। ਖੈਰ, ਬਿੱਲ ਕਥਿਤ ਬਾਹੂਬਲੀ ਦਾ ਬਾਹੂਬਲੀ ਹੀ ਬਣਿਆ, ਜੋ ਕਿ ਹੈ ਅਨਪੇਡ। ਚਰਚਾ ਹੋਵੇਗੀ ਇਸ ਮੁੱਦੇ ਉੱਤੇ ਇਸ ਛੋਟੀ ਜਿਹੀ ਰਿਪੋਰਟ ਤੋਂ ਬਾਅਦ। यूपी ਦੇ ਡੌਨ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਹੀ ਰੱਖਣ ਲਈ ਪਿਛਲੀ ਸਰਕਾਰ ਸਮੇਂ ਸੁਪਰੀਮ ਕੋਰਟ ਤੱਕ ਕੇਸ ਲੜਿਆ ਗਿਆ। ਵਕੀਲ ਦਾ ਬਿੱਲ ਬਣਿਆ 55 ਲੱਖ, ਜੋ ਅਜੇ ਤੱਕ ਪੈਂਡਿੰਗ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਬਿੱਲ ਭਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਿੱਲ ਵਾਲੀ ਫਾਈਲ ਨੂੰ ਵਾਪਸ ਮੋੜ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਤੇ ਵਿਚਾਰ ਹੋ ਰਿਹਾ ਹੈ ਅਤੇ ਕਿਉਂ ਨਾ ਇਹ ਪੈਸੇ ਉਸ ਵੇਲੇ ਦੇ ਮੰਤਰੀ ਤੋਂ ਵਸੂਲੇ ਜਾਣ। 55 ਲੱਖ ਰੁਪਈਆ ਮੈਂ ਕਿਹਾ ਵੀ ਮੈਂ ਕਿੱਥੋਂ ਦੇਵਾਂ, ਮੈਂ ਲੋਕਾਂ ਦੇ ਖਜ਼ਾਨੇ 'ਚ ਦੇਣੇ ਨਹੀਂ, ਇਹਨੇ ਅਸੀਂ ਕੀ ਲੈਣਾ ਸੀ ਇਹ ਤੋਂ। ਮੈਂ ਫਾਈਲ ਵਾਪਸ ਮੋੜਤੀ ਤੇ ਅਸੀਂ ਹੁਣ ਕਾਨੂੰਨੀ ਮਾਹਿਰਾਂ ਤੋਂ ਪੁੱਛ ਰਹੇ ਹਾਂ ਕਿ ਇਹ ਜਿਹੜਾ ਪੈਸਾ ਹੈ, ਚਲੋ ਉਹ ਤਾਂ ਵਕੀਲਾਂ ਦਾ ਪੈਸਾ, ਉਹ ਤਾਂ ਦੇਣਾ ਪੈਣਾ ਹੈ, ਪਰ ਇਹ ਅਸੀਂ ਰਿਕਵਰੀ ਕਿੱਥੋਂ ਕਰੀਏ? ਇਹਦੀ ਖਜ਼ਾਨੇ 'ਚ ਤਾਂ ਦੇਣਾ ਨਹੀਂ ਅਸੀਂ, ਪਰ ਇਹ ਪਵੇ ਕਿੱਥੋਂ? ਅਸੀਂ ਫਿਰ ਉਹ ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਕਾਨੂੰਨੀ ਰਾਏ ਲੈ ਕੇ, ਜਿਹਨੇ ਇਹ ਹੁਕਮ ਸੁਣਾਏ ਸੀ ਵੀ ਇਹਨੂੰ ਰੱਖੋ ਇੱਥੇ। ਆਮ ਆਦਮੀ ਪਾਰਟੀ ਨੇ ਇਸ ਨੂੰ ਵੱਡਾ ਐਕਸ਼ਨ ਮੰਨਦੇ ਹੋਏ ਪਿਛਲੀ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਕਿ ਪਹਿਲਾਂ ਤੇ ਮੋਸਟ ਵਾਂਟਡ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਿਆ ਜਾਂਦਾ ਹੈ, ਫਿਰ ਉਹਨੂੰ ਡਿਫੈਂਡ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਮਹਿੰਗੇ ਵਕੀਲ ਜਿਹੜੇ ਆ ਮਾਣਯੋਗ ਅਦਾਲਤਾਂ 'ਚ ਖੜੇ ਕੀਤੇ ਜਾਂਦੇ। ਨਾ ਸਿਰਫ ਰਾਜਨੀਤਿਕ ਪੁਸਤਪਨਾਈ ਹੈ, ਬਲਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਦੁਰਵਰਤੋਂ ਵੀ ਹੈ। ਉਧਰ ਕਾਂਗਰਸ ਤੇ ਲੱਗਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ, ਜਿਨ੍ਹਾਂ ਨੇ ਆਪ ਸਰਕਾਰ ਤੇ ਪਲਟਵਾਰ ਕੀਤਾ ਹੈ। ਪੁਰਾਣੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਬੇਵਕੂਫ ਨਾ ਬਣਾਉਣ। ਸਾਨੂੰ ਕੋਈ ਇਤਰਾਜ਼ ਨਹੀਂ, ਭਾਵੇਂ ਪੈਸੇ ਦੇਣ ਤੇ ਭਾਵੇਂ ਨਾ ਦੇਣ। ਮੁਖਤਾਰ ਅੰਸਾਰੀ ਨੂੰ ਫੜ ਕੇ ਲਿਆ ਕੇ ਭਾਵੇਂ ਉਹਦੇ ਤੋਂ ਪੈਸੇ ਲੈ ਲੈਣ, ਸਾਨੂੰ ਕੀ ਇਤਰਾਜ਼ ਹੈ ਇਸ ਗੱਲ ਦਾ, ਪਰ ਇਹਦੇ ਨਾਲ ਸਾਡਾ ਕੀ ਤਾਲੁਕਾਤ ਹੈ? ਉਧਰ ਉਸ ਵੇਲੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ ਕਿ ਇਹ ਮਾਮਲਾ ਗ੍ਰਹਿ ਵਿਭਾਗ ਦਾ ਹੈ। ਉਹਨਾਂ ਕਿਹਾ ਹੈ ਕਿ ਜਿਸ ਵੇਲੇ ਉਹਨਾਂ ਕੋਲ 3 ਮਹੀਨੇ ਗ੍ਰਹਿ ਵਿਭਾਗ ਦਾ ਚਾਰਜ ਸੀ, ਉਸ ਵੇਲੇ ਖਰਚੇ ਦੀ ਫਾਈਲ ਉਹਨਾਂ ਨੇ ਹੀ ਵਾਪਸ ਮੋੜੀ ਸੀ ਅਤੇ ਕਮੇਟੀ ਬਣਾਉਣ ਲਈ ਕਿਹਾ ਸੀ। ਕਿਸੇ ਨੂੰ ਬਾਹਰ ਭੇਜਣਾ ਨਹੀਂ, ਜੇਲ੍ਹਾਂ ਦਾ ਜੇਲ੍ਹ ਕਸਟੋਡੀਅਨ ਹੁੰਦੀ ਆ, ਸਾਡੇ ਕੋਲ ਕੈਦੀ ਆਉਂਦੇ ਨੇ, ਉਹਨੂੰ ਭੇਜਣਾ ਜਾਂ ਨਾ ਭੇਜਣਾ ਉਹ ਹੋਮ ਡਿਪਾਰਟਮੈਂਟ ਦਾ ਕੰਮ ਹੈ, ਨਾ ਕਿ ਜੇਲ੍ਹ ਦਾ। ਜਿਹੜੀ ਕੋਈ ਕੋਰਟ 'ਚੋਂ ਆਰਡਰ ਆਏਗਾ, ਅਸੀਂ ਉਸ ਬੰਦੇ ਨੂੰ ਇਮੀਡੀਏਟਲੀ ਉਹਨੂੰ ਵਿਦਨ ਨੋ ਟਾਈਮ ਉਹਨੂੰ ਰਿਲੀਜ਼ ਕਰਾਂਗੇ। ਜੇ ਸਰਕਾਰ ਲੜਦੀ ਹੋਏਗੀ ਕੇਸ, ਅਸੀਂ ਕਿੱਦਾਂ ਧੱਕੇ ਨਾਲ ਕਿਸੇ ਨੂੰ ਬਾਹਰ ਕੱਢ ਦਾਂਗੇ।
ਸੁਖਜਿੰਦਰ ਰੰਧਾਵਾ ਵੱਲੋਂ 2021 ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਤਾਰ ਅੰਸਾਰੀ ਬਾਬਤ ਇੱਕ ਚਿੱਠੀ ਵੀ ਲਿਖੀ ਗਈ ਸੀ, ਜਿਸ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਅੰਸਾਰੀ ਦੇ ਮਸਲੇ ਤੇ ਕੋਈ ਵੀ ਜਾਣਕਾਰੀ ਨਹੀਂ ਸੀ ਅਤੇ ਉਹਨਾਂ ਨੇ ਕੈਪਟਨ ਨੂੰ ਅੰਸਾਰੀ ਕਾਰਨ ਕਾਂਗਰਸ ਦੀ ਪੋਜੀਸ਼ਨ ਖਰਾਬ ਹੋਣ ਬਾਰੇ ਦੱਸਿਆ ਸੀ ਅਤੇ ਇਸ ਮਸਲੇ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਰੋਪੜ ਜੇਲ੍ਹ 'ਚ ਜਨਵਰੀ 2019 ਤੋਂ ਅਪ੍ਰੈਲ 2021 ਤੱਕ ਬੰਦ ਰਿਹਾ। ਇਸ ਦੌਰਾਨ ਯੂਪੀ ਪੁਲਿਸ ਨੇ ਅੰਸਾਰੀ ਨੂੰ ਯੂਪੀ ਲਿਜਾਣ ਲਈ ਕਈ ਵਾਰ ਨੋਟਿਸ ਭੇਜੇ, ਪਰ ਪੰਜਾਬ ਸਰਕਾਰ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਪੈਰਵੀ ਲਈ ਜਿਹੜਾ ਵਕੀਲ ਕੀਤਾ, ਉਸ ਦੇ 55 ਲੱਖ ਰੁਪਏ ਦੀ ਫੀਸ ਸਰਕਾਰ ਵੱਲ ਪੈਂਡਿੰਗ ਹੈ, ਜੋ ਦੇਣ ਤੋਂ ਹੁਣ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ ਅਤੇ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਤਾਂ ਗੱਲ 55 ਲੱਖ ਦੀ ਵੀ ਹੈ ਤੇ ਗੱਲ ਦੂਜੇ ਪਾਸੇ ਇਹ ਵੀ ਹੈ ਕਿ ਇੱਕ ਬਾਹੂਬਲੀ ਨੂੰ ਕਥਿਤ ਡੌਨ ਨੂੰ ਕਿਉਂ ਰੱਖਿਆ ਗਿਆ ਪੰਜਾਬ ਦੀ ਜੇਲ੍ਹ ਦੇ ਵਿੱਚ। ਜੇ ਯੂਪੀ ਵਾਲੇ ਲੈ ਕੇ ਜਾ ਰਹੇ ਸੀ ਤਾਂ ਲੈ ਕੇ ਜਾਣ ਦਿੰਦੇ। ਸਵਾਲ ਇਹ ਵੀ ਹੈ ਕਿ ਵਾਕਈ ਇਸ ਤਰੀਕੇ ਨਾਲ ਪੋਸੀਬਲ ਹੈ, ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜੇ ਸਰਕਾਰ ਨੇ ਡਿਸਾਈਡ ਕਰ ਲਿਆ ਕਿ ਹੁਣ ਸਾਬਕਾ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਉਹਨਾਂ ਤੋਂ ਹੀ ਵਸੂਲੀ ਕੀਤੀ ਜਾਵੇ 55 ਲੱਖ ਦੀ, ਕੀ ਪੋਸੀਬਲ ਹੈ ਕਿ ਜੇਕਰ ਇੱਕ ਕੇਸ ਦੇ ਵਿੱਚ ਹੋ ਜਾਂਦਾ ਤਾਂ ਫਿਰ ਬਹੁਤ ਸਾਰੇ ਕੇਸਿਸ ਹੋ ਸਕਦੇ ਨੇ, ਤਾਂ ਕਿ ਇੱਕ ਸਾਬਕਾ ਮੰਤਰੀ ਜਾਂ ਕੋਈ ਅਧਿਕਾਰੀ ਜਾਂ ਕੋਈ ਹੋਰ ਅਹੁਦੇਦਾਰ ਉਸ ਤੋਂ ਕੋਈ ਇਸ ਤਰੀਕੇ ਨਾਲ ਵਸੂਲੀ ਪੈਸਿਆਂ ਦੀ ਕੀਤੀ ਜਾ ਸਕੇ। ਅੱਜ ਇਸ ਦੇ ਉੱਤੇ ਗੱਲਬਾਤ ਹੋਵੇਗੀ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਬਹੁਤ ਸਿੱਧੇ ਸਵਾਲ ਨੇ ਅੰਸਾਰੀ ਦੇ ਨਾਲ ਜੁੜੇ ਹੋਏ। ਅੰਸਾਰੀ ਦੀ ਚਰਚਾ ਹੋਣੀ ਇਸ ਕਰਕੇ ਚਾਹੀਦੀ ਹੈ ਔਰ ਜ਼ਰੂਰੀ ਸੀ, ਅਸੀਂ ਅੱਜ ਇਸ ਟੌਪਿਕ ਨੂੰ ਚੁਣਿਆ ਕਿਉਂਕਿ ਪੰਜਾਬ ਦੇ ਪੈਸੇ ਦੀ ਗੱਲ ਹੈ। ਜੇਕਰ ਕਿਸੇ ਵਕੀਲ ਨੂੰ ਹਾਇਰ ਕੀਤਾ ਗਿਆ ਤਾਂ ਵਕੀਲਾਂ ਨੂੰ ਵੱਡੇ ਵੱਡੇ ਵਕੀਲ ਹਾਇਰ ਕੀਤੇ ਜਾਂਦੇ ਨੇ, ਉਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ, ਪਰ ਕੀ ਵਾਕਈ ਇੱਕ ਡੌਨ ਦੇ ਲਈ ਕੀਤਾ ਜਾਣਾ ਠੀਕ ਕੀਤਾ ਗਿਆ? ਤੇ ਜੇਕਰ ਕੀਤਾ ਵੀ ਗਿਆ ਸੀ ਤਾਂ ਹੁਣ ਇੱਕ ਵਕੀਲ ਦੇ 55 ਲੱਖ ਰੁਪਏ ਨੇ, ਉਹ ਕਿਵੇਂ ਦਿੱਤੇ ਜਾਣਗੇ? ਜੇ ਖਜ਼ਾਨੇ ਚੋਂ ਨਹੀਂ ਦੇਣੇ ਤਾਂ ਫਿਰ ਕਦੋਂ ਤੇ ਕਿਵੇਂ ਦਿੱਤੇ ਜਾਣਗੇ, ਇਹ ਵੀ ਇੱਕ ਸਵਾਲ ਹੈ। ਸ਼ੁਰੂਆਤ ਕਰਦੇ ਹਾਂ ਜੋ ਸਾਡੇ ਨਾਲ ਮਹਿਮਾਨ ਜੁੜ ਰਹੇ ਨੇ। ਸਭ ਤੋਂ ਪਹਿਲਾਂ ਜ਼ਿਕਰ ਉਹਨਾਂ ਦਾ, ਸਾਡੇ ਨਾਲ ਬਿਕਰਮਜੀਤ ਪਾਸੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਪਾਸੀ ਸਾਹਿਬ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਨਰਿੰਦਰ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਸਵਾਗਤ ਹੈ। ਸਾਡੇ ਨਾਲ ਹਰੀਸ਼ ਰਾਏ ਢਾਂਡਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਢਾਂਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਪਾਸੀ ਸਾਹਿਬ ਤੁਹਾਡੇ ਤੋਂ। 55 ਲੱਖ ਰੁਪਏ ਕਿਸ ਤੋਂ ਵਸੂਲੋਗੇ? ਲੋਕ ਜਾਣਨਾ ਚਾਹੁੰਦੇ ਨੇ ਕਿ 55 ਲੱਖ ਰੁਪਇਆ ਕਿਸੇ ਮੰਤਰੀ ਤੋਂ ਸੰਤਰੀ ਤੋਂ ਕਿਸ ਤੋਂ ਵਸੂਲਣ ਦੀ ਤਿਆਰੀ ਹੋ ਰਹੀ ਹੈ? ਕਿ ਸਾਬਕਾ ਗ੍ਰਹਿ ਮੰਤਰੀ ਤੋਂ ਸਿੱਧਾ ਜਿਹਾ ਮਤਲਬ ਹੈ ਕੈਪਟਨ ਅਮਰਿੰਦਰ ਸਿੰਘ ਤੋਂ, ਜਾਂ ਸਾਬਕਾ ਜੇਲ੍ਹ ਮੰਤਰੀ ਤੋਂ ਸਿੱਧਾ ਜਿਹਾ ਮਤਲਬ ਹੈ ਸੁਖਜਿੰਦਰ ਸਿੰਘ ਰੰਧਾਵਾ ਤੋਂ? ਕਿਸ ਤੋਂ ਵਸੂਲਣੇ ਆ ਤੁਸੀਂ 55 ਲੱਖ ਰੁਪਏ? ਬਿਲਕੁਲ ਦੇਖੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸਮੇਂ ਜਿਹੜਾ ਮੁਖਤਾਰ ਅੰਸਾਰੀ ਨੂੰ VVIP ਟ੍ਰੀਟਮੈਂਟ ਦਿੱਤਾ ਗਿਆ ਕਾਂਗਰਸ ਦੀ ਸਰਕਾਰ ਸਮੇਂ, ਉਹਦੇ ਉੱਤੇ ਜਿਹੜਾ ਐਡਵੋਕੇਟ ਦਾ ਹੀ 55 ਲੱਖ, ਹਾਲੇ ਤਾਂ ਹੋਰ ਵੀ ਖਰਚੇ ਆ। ਅੱਜ ਮਾਨ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਇਹ ਜਿਹੜਾ ਪੈਸਾ ਹੈ ਇਹ ਨਹੀਂ ਦੇਗੀ ਔਰ ਅਗਰ ਦੇਣਾ ਪਿਆ ਤਾਂ ਇਹ ਰਿਕਵਰੀ ਕਰੇਗੀ। ਉਹਨਾਂ ਨੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਜਿਹੜਾ ਹੈ ਇਹ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਵੀ ਇਹ ਇਸ ਦੇ ਵਿੱਚ ਸ਼ਾਮਲ ਸੀ ਔਰ ਲੀਗਲ ਰਾਏ ਲੈ ਕੇ ਐਕਸ਼ਨ ਲਿਆ ਜਾਏਗਾ। ਔਰ ਇਹ 55 ਲੱਖ ਰੁਪਇਆ ਸਾਡੇ ਆਮ ਲੋਕਾਂ ਦੇ ਮਿਹਨਤ ਦੇ ਟੈਕਸ ਦਾ ਪੈਸਾ ਸੀ। ਅਸੀਂ ਸਾਬਣ ਲੈਣ ਜਾਂਦੇ ਆ, ਟੈਕਸ ਦਿੰਦੇ ਆ, ਅਸੀਂ ਟੂਥਪੇਸਟ ਲੈਣ ਜਾਂਦੇ ਆ, ਟੈਕਸ ਦਿੰਦੇ ਆ। ਔਰ ਇਹ ਪੈਸਾ ਗੈਂਗਸਟਰਸ ਦੇ ਉੱਤੇ, ਇਹ ਪੈਸਾ 38 ਹੀਨੀਅਸ ਕ੍ਰਾਈਮ ਦੇ ਮੁਜਰਿਮਾਂ ਨੂੰ ਉਹਨਾਂ ਨੂੰ VPI ਟ੍ਰੀਟਮੈਂਟ ਦੇਣ ਦੇ ਲਈ, ਇਹ ਪੈਸਾ ਆਪਣੇ ਜਿਹੜੇ ਰਿਲੇਸ਼ਨਸ਼ਿਪ ਆ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ। ਮੈਂ ਕਲੀਅਰ ਕਰ ਰਿਹਾ ਤੁਹਾਡੇ ਚੈਨਲ ਤੋਂ ਕਿ ਇਹ ਜਿਹੜੀ ਹੈ ਬਹੁਤ ਵੱਡੀ ਇੱਕ ਗੈਂਗਸਟਰ ਦੀ ਪੁਸ਼ਪਨਾਈ ਚੱਲੀ ਹੈ। ਔਰ ਮਾਨ ਸਾਹਿਬ ਨੇ ਅੱਜ ਕਲੀਅਰ ਕਰਤਾ ਕਿ ਦਹਿਸ਼ਤ ਫੈਲਾਉਣ ਵਾਲਿਆਂ ਦੀ ਗੈਂਗਸਟਰਾਂ ਦੇ ਪਹਿਰੇਦਾਰਾਂ ਦੀ ਪੁਸ਼ਤਪਨਾਈ ਚੱਲਣ ਨਹੀਂ ਦੇਣੀ, ਇਨਸਾਨੀਅਤ ਦੇ ਹਥਿਆਰਾਂ ਦੀ। ਕਿਉਂਕਿ ਕਿੰਨੇ ਹੀ ਕ੍ਰਿਮੀਨਲ ਕੇਸ, ਮਰਡਰ ਦੇ, ਰੈਂਸਮ ਦੇ, ਬਲੈਕਮੇਲਿੰਗ ਦੇ ਕਿੰਨੇ ਕੇਸ ਮੁਖਤਾਰ ਅੰਸਾਰੀ ਤੇ ਚੱਲ ਰਹੇ ਸੀ। ਔਰ ਯੂਪੀ ਸਰਕਾਰ ਜਾਂ ਬਾਕੀ ਸਰਕਾਰਾਂ ਵੱਲੋਂ ਤਕਰੀਬਨ 45 ਦੇ ਕਰੀਬ ਚਿੱਠੀਆਂ ਪਾਈਆਂ ਗਈਆਂ ਪੰਜਾਬ ਸਰਕਾਰ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ, ਤਤਕਾਲੀ ਸਰਕਾਰ ਨੂੰ ਉਸ ਸਮੇਂ ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ ਸੀ? ਮੁਖਤਾਰ ਅੰਸਾਰੀ ਨੂੰ ਪੰਜਾਬ ਦੇ ਵਿੱਚ ਰੱਖਣ ਦੇ ਜਾਂ ਜੋ ਵੀ ਕੇਸ ਉਸ ਸਮੇਂ ਸੀ ਉਸ ਦੇ ਵਿੱਚ ਕੋਈ ਵੱਡਾ ਵਕੀਲ ਕਰਨ ਦੀ ਜ਼ਰੂਰਤ ਨਹੀਂ ਸੀ? ਬਿਲਕੁਲ ਨਹੀਂ ਸੀ। ਦੇਖੋ ਮੈਂ ਉੱਥੇ ਤੁਹਾਨੂੰ ਬੜੀ ਇੰਟਰਸਟਿੰਗ ਚੀਜ਼ ਦੱਸਦਾ ਜੀ। ਉੱਥੇ ਪੰਜਾਬ ਸਰਕਾਰ ਨੇ ਜੋ ਵਕੀਲ ਸਾਹਿਬ ਖੜੇ ਕੀਤੇ, ਉਹ ਕਹਿੰਦੇ ਜੀ ਇੱਕ ਤਾਂ ਇਹਦੀ ਸਿਹਤ ਖਰਾਬ, ਇੱਕ ਇਹਦੀ ਜਾਨ ਨੂੰ ਖਤਰਾ, ਤੇ ਤੀਜੀ ਕਹਿੰਦੇ ਜੀ ਵੀਡੀਓ ਕਾਨਫਰੰਸਿੰਗ ਰਾਹੀਂ ਇਹਦੇ ਟ੍ਰਾਇਲ ਕਰਾ ਲਓ।
ਫਿਰ ਉੱਥੇ ਜਿਹੜੇ ਸੋਲੀਸਿਟਰ ਜਨਰਲ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਫਿਰ ਤਾਂ ਤੁਸੀਂ ਇਹ ਕਹੋਗੇ ਕਿ ਮਾਲੀਆ ਨੂੰ ਵੀ, ਜਿਹੜਾ ਵਿਜੇ ਮਾਲੀਆ ਨੂੰ ਵੀ ਐਕਸਟ੍ਰਾਡਿਟ ਨਹੀਂ ਕਰਨਾ ਚਾਹੀਦਾ, ਇੱਥੋਂ ਹੀ ਵੀਡੀਓ ਕਾਨਫਰੈਂਸਿੰਗ ਰਾਹੀਂ ਟ੍ਰਾਇਲ ਕਰ ਲਓ। ਮਤਲਬ ਪੰਜਾਬ ਸਰਕਾਰ ਕਾਂਗਰਸ ਦੀ ਜਿਹੜੀ ਜੀ ਉਸ ਟਾਈਮ ਦੀ ਸਰਕਾਰ ਸੀ, ਉਹ ਪੱਬਾਂ ਭਾਰ ਹੋਈ ਪਈ ਸੀ ਕਿ ਇਹ ਸਾਡਾ ਮਹਿਮਾਨ ਬਾਹਰ ਨਾ ਚਲਿਆ ਜਾਏ, ਇਹਨੂੰ ਇੱਥੇ ਮਹਿਮਾਨ ਨਵਾਜੀ ਦਾ ਹਲੇ ਹੋਰ ਸਮਾਂ ਦੇਣਾ ਹੈ। ਉਹ ਚੀਜ਼ਾਂ ਜਿਹੜੀਆਂ ਹੈ ਔਰ ਉਹਨੂੰ ਜਿਹੜਾ ਇੱਥੇ ਰੱਖਣ ਦੇ ਲਈ 55 ਲੱਖ ਰੁਪਇਆ, ਔਰ ਜਨਵਰੀ 2019 ਤੋਂ ਲੈ ਕੇ ਅਪ੍ਰੈਲ 2021 ਤੱਕ ਚਾਰਜ ਸ਼ੀਟ ਵੀ ਪੇਸ਼ ਨਹੀਂ ਕੀਤੀ। ਔਰ ਜਿਸ ਬੰਦੇ ਨੇ ਕੰਪਲੇਂਟ ਕੀਤੀ ਹੈ ਉਹ ਵੀ ਮਤਲਬ ਅਦਾਲਤਾਂ ਦੇ ਵਿੱਚ, ਜਦੋਂ ਮੈਂ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਫੈਕਟ ਦੱਸਦਾ ਜੀ ਕਿ ਇਹਨਾਂ 27 ਮਹੀਨਿਆਂ ਦੇ ਵਿੱਚ 54 ਵਾਰ ਕੋਰਟ ਦੀ ਪ੍ਰੋਸੀਡਿੰਗਸ ਡਿਲੇ ਕੀਤੀਆਂ ਗਈਆਂ ਤਰੀਕਿਆਂ ਦੇ ਨਾਲ। ਇਹ ਚੀਜ਼ ਕੀ ਦੱਸ ਰਹੀ ਸੀ? ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਰੁਕ ਕਰਦਾ ਸਾਰੇ ਮਹਿਮਾਨਾਂ ਦਾ। ਸੰਧੂ ਸਾਹਿਬ ਦਾ ਰੁਕ ਕਰਾਂਗਾ, ਕਾਂਗਰਸ ਦਾ। ਕਹਿੰਦੇ ਬਹੁਤ ਭੱਬਾ ਪਾਰ ਰਹੇ ਹੋ ਕਾਂਗਰਸ ਦੀ ਸਰਕਾਰ ਦੇ ਸਮੇਂ। ਸੰਧੂ ਸਾਹਿਬ ਕਾਂਗਰਸ ਦੀ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ, ਕਹਿੰਦੇ ਬੜੀ ਖਾਤਰਦਾਰੀ ਕੀਤੀ ਤੁਸੀਂ ਉਸ ਸ਼ਖਸ ਦੀ ਜਿਸ ਦੇ ਉੱਤੇ ਹੀਨੀਅਸ ਕ੍ਰਾਈਮ ਦੇ ਇਲਜ਼ਾਮ ਨੇ, ਜਿਸ ਦੇ ਉੱਤੇ ਇਲਜ਼ਾਮ ਤਾਂ ਦਰਜਨਾਂ ਦੇ ਹਿਸਾਬ ਦੇ ਨਾਲ ਨੇ। ਗੌਰਵ ਜੀ, ਇੱਕੋ ਲਾਈਨ ਹੈ, ਇਟਸ ਅ ਪੋਲੀਟੀਕਲ ਸਟੰਟ। ਦੇਖੋ ਮੈਨੂੰ ਇਹ ਤੁਸੀਂ ਦੱਸੋ ਵੀ ਅੱਜ 15 ਮਹੀਨਿਆਂ ਬਾਅਦ ਇਹਨਾਂ ਕਿੱਥੋਂ ਚੇਤਾ ਆ ਗਿਆ, ਔਰ ਉਹ ਵੀ ਉਧਰ ਜਿੱਦਣ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਹੋਇਆ ਜਲੰਧਰ ਦੇ ਵਿੱਚ, ਉਧਰ ਇਹਨਾਂ ਨੂੰ ਮੁਖਤਾਰ ਅੰਸਾਰੀ ਦਾ ਚੇਤਾ ਆਇਆ ਤੇ ਕਹਿ ਕੀ ਰਹੇ ਨੇ, ਤੁਸੀਂ ਲਾਈਨ ਧਿਆਨ ਨਾਲ ਸੁਣੋ, ਮੈਂ ਜਿਹੜੀ 55 ਲੱਖ ਦੀ ਫਾਈਲ ਆ ਵਾਪਸ ਕਰਤੀ ਹੈ, 1 ਰੁਪਈਆ ਨਹੀਂ ਦੇਣਾ। ਨਾਲ ਹੀ ਅਗਲੀ ਲਾਈਨ ਦੇ ਵਿੱਚ ਉਹ ਕਹਿੰਦੇ ਨੇ ਨਹੀਂ ਪੈਸੇ ਤੇ ਦੇਣੇ ਪੈਣੇ ਆ ਵਕੀਲ ਨੂੰ। ਸਰਕਾਰ ਨੂੰ ਪਤਾ ਵੀ ਕੱਲ ਨੂੰ ਹੋਰ ਕੋਈ ਵਕੀਲ ਕਰਨਾ ਪੈਗਾ ਤੇ ਫਿਰ ਸਾਡੇ ਕੋਲ ਵਕੀਲ ਕਿਹੜਾ ਹੋਊਗਾ ਵੀ ਜੇ ਤੁਸੀਂ ਪੈਸੇ ਨਾ ਕਿਸੇ ਨੂੰ ਦਿੱਤੇ। ਕੇਸ ਕੀ ਆ ਨਹੀਂ, ਇਹ ਬਾਅਦ ਦੀ ਗੱਲ ਕਰਦਾ, ਮੈਂ ਕਰਦਾ ਉਸ ਦਿਨ ਦਾ। ਮਤਲਬ ਤੁਸੀਂ ਬਗੈਰ ਸੋਚੇ ਸਮਝੇ ਤੁਸੀਂ ਬੋਲ ਜਾਂਦੇ, ਫਿਰ ਕਹਿੰਦੇ ਜੀ ਪੈਸੇ ਦੇਣੇ ਪੈਣੇ। ਫਿਰ ਕਹਿੰਦੇ ਜੀ ਕੀ ਕਹਿੰਦੇ ਜੀ, ਕਾਂਗਰਸੀਆਂ ਦੇ ਇਹ ਮਿੱਤਰ ਸੀ, ਕਾਂਗਰਸੀਆਂ ਨਾਲ ਸੰਬੰਧ ਸੀ। ਉਹ ਭਾਈ ਫਿਰ ਤੁਹਾਨੂੰ ਸਾਰੇ ਜਲੰਧਰ ਚੋਂ ਕਾਂਗਰਸੀ ਲੱਭਾ ਤੁਸੀਂ ਕੈਂਡੀਡੇਟ ਵਾਸਤੇ, ਤੁਹਾਡੀ ਆਮ ਆਦਮੀ ਪਾਰਟੀ ਚ ਤੁਹਾਨੂੰ ਕੋਈ ਵਰਕਰ ਲੱਭਾ ਹੀ ਨਹੀਂ। ਫਿਰ ਤੁਸੀਂ ਕਾਂਗਰਸੀ ਨੂੰ ਕਿਉਂ ਮਾੜਾ ਕੀਤੀ ਜੇ ਤੁਸੀਂ ਕਾਂਗਰਸ ਦੇ ਬੰਦਾ ਜਾ ਕੇ ਲੜਨਾ ਸੀ? ਇਹ ਤਾਂ ਪੋਲੀਟੀਕਲੀ ਗੱਲ ਹੈ। ਮੈਂ ਹੁਣ ਮੇਨ ਮੁੱਦੇ ਤੇ ਆਉਣਾ ਜੀ ਪਲੀਜ਼। ਦੇਖੋ ਮੁਖਤਾਰ ਅੰਸਾਰੀ ਦੇ ਕੇਸ ਦੇ ਪੈਸੇ ਖਰਚੇ ਅਸੀਂ ਨਹੀਂ ਖਰਚੇ, ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹਨਾਂ ਨੇ ਪਾਈ, ਯੂਪੀ ਗਵਰਨਮੈਂਟ ਨੇ। ਸਾਨੂੰ ਕੇਸ ਲੜਨ ਵਾਸਤੇ ਵਕੀਲ ਕਰਨਾ ਪੈਣਾ ਸੀ, ਅਸੀਂ ਵਕੀਲ ਖਰਚਾ ਅਸੀਂ ਨਹੀਂ, ਸਾਰੀਆਂ ਸਟੇਟਸ ਵੀ ਵਧੀਆ ਪ੍ਰਾਈਵੇਟ ਵਕੀਲ ਕਰਦੀਆਂ ਨੇ ਤੇ ਇਹ ਕੀਤਾ। ਇਹਦੇ ਪੈਸੇ ਦੇਣ ਜਾਂ ਨਾ ਦੇਣ ਇਹਨਾਂ ਦੀ ਮਰਜ਼ੀ, ਅਸੀਂ ਕੀ ਕਰੀਏ? ਦੇਖੋ ਸੁਖਜਿੰਦਰ ਰੰਧਾਵਾ ਜੀ ਨੇ ਅੱਜ ਕਲੀਅਰ ਕਹਿਤਾ, ਉਹਨਾਂ ਨੇ ਕਹਿਤਾ ਜੀ ਮੈਂ ਉਦੋਂ ਦਾ ਹੋਮ ਮਿਨਿਸਟਰ ਸੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਦੱਸਿਆ ਸੀ ਜੀ ਤੇ ਮੈਂ ਕਹਿੰਦਾ ਇੱਕ ਚੀਜ਼ ਪਹਿਲਾਂ ਵੀ ਦੱਸੀ ਆ, ਹੁਣ ਵੀ ਜੋ ਮੈਨੂੰ ਪੁੱਛਣਗੇ ਇੱਕ ਚੀਜ਼ ਦੱਸਣ ਨੂੰ ਤਿਆਰ ਹੈ। ਪਰ ਗੌਰਵ ਜੀ ਇਸ ਦਿਨ ਆਹ ਗੱਲ ਕਰਨੀ ਇੱਕ ਪੋਲੀਟੀਕਲ ਸਟੰਟ ਹੈ, ਇਹਨਾਂ ਨੂੰ ਆਪਣੀ ਹਾਰ ਨਜ਼ਰ ਆਉਂਦੀ ਆ, ਇਹ ਕੋਈ ਨਾ ਕੋਈ ਕਰਨਾ ਚਾਹੁੰਦੇ ਨੇ। ਦੇਖੋ ਇੱਕ ਮੇਰੀ ਲਾਸਟ ਗੱਲ ਆ, ਪਿਛਲੀ ਵਾਰੀ ਵੀ ਕੇਜਰੀਵਾਲ ਜੀ ਇੱਥੇ ਆਏ ਸੀ ਨਾ, इसी तरह इन्होंने एक गल कही थी, यूनिवर्सिटी बनेगी स्पोर्ट्स यूनिवर्सिटी। सचिन का बल्ला कहाँ बनता है? जलंधर में बनेगा। स्टिक कहाँ बनती है? जलंधर में बनेगी। ਅੱਜ ਕਿੱਥੇ ਗਈ ਉਹ? ਤੁਸੀਂ ਪੁਰਾਣੀ ਵੀਡੀਓ ਕੱਢ ਕੇ ਵੇਖ ਲਓ। ਇਹਨਾਂ ਨੂੰ ਤੁਸੀਂ ਪੱਤਰਕਾਰ ਪੁੱਛੋ ਨਾ ਜੀ, ਇਹਨਾਂ ਨੂੰ ਪੁੱਛੋ ਕਿ ਸਪੋਰਟਸ ਯੂਨੀਵਰਸਿਟੀ ਅੱਜ ਕਿੱਥੇ ਆ। ਠੀਕ ਹੈ, ਮੈਂ ਪੁਆਇੰਟ ਤੇ ਆਉਂਗਾ ਸਰ। ਮੈਂ ਅੱਜ ਮੁਖਤਾਰ ਅੰਸਾਰੀ ਦੀ ਗੱਲ ਕਰ ਰਿਹਾ, ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਉਮੀਦ ਹੈ ਕਿ ਪਾਸੀ ਸਾਹਿਬ ਯੂਨੀਵਰਸਿਟੀ ਨੂੰ ਲੈ ਕੇ ਜਾਂ ਫੰਡ ਨੂੰ ਲੈ ਕੇ ਵੀ ਜਵਾਬ ਦੇ ਦੇਣਗੇ। ਮੈਂ ਪੁਆਇੰਟ ਦੇ ਉੱਤੇ ਰਹਾਂਗਾ, ਮੁਖਤਾਰ ਅੰਸਾਰੀ ਦੀ ਗੱਲ ਹੋਏਗੀ। ਤੁਹਾਨੂੰ ਪੋਲੀਟੀਕਲ ਸਟੰਟ ਲੱਗ ਰਿਹਾ, ਥੋੜਾ ਜਿਹਾ ਇੰਤਜ਼ਾਰ ਕਰਿਓ, ਪਾਸੀ ਇਕੱਠੇ ਜਵਾਬ ਦਿਓ। ਇੱਕ ਵਾਰੀ ਮੈਂ ਸਾਰਿਆਂ ਦਾ ਰੁਕ ਕਰ ਲਵਾਂ। ਟਾਡਾ ਸਾਹਿਬ, ਇਨਫੈਕਟ ਅੱਜ ਇਹ ਵੀ ਕਾਬਿਲੇ ਗੌਰ ਹੈ ਕਿ ਸਾਡੇ ਨਾਲ ਜਿਹੜੀ ਮਹਿਮਾਨ, ਸਾਡੇ ਨਾਲ ਪੂਰਾ ਪੈਨਲ ਜੁੜਿਆ ਹੋਇਆ, ਤਕਰੀਬਨ ਸਾਰੇ ਲਾਇਰ ਨੇ, ਵਕੀਲ ਨੇ ਔਰ ਬਖੂਬੀ ਅਜਿਹੇ ਕੇਸਿਸ ਨੂੰ ਸਮਝਦੇ ਨੇ। ਇਸ ਕਰਕੇ ਅੱਜ ਬਹੁਤ ਇੰਪੋਰਟੈਂਟ ਹੈ ਔਰ ਉਮੀਦ ਕਰਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਨਿਚੋੜ ਤੱਕ ਜ਼ਰੂਰ ਪਹੁੰਚਾਂਗੇ। ਅੱਜ ਮੁਖਤਾਰ ਅੰਸਾਰੀ ਨੂੰ ਦਿੱਤੀ ਗਈ ਲੀਗਲ ਏਡ ਦੇ ਬਾਰੇ ਜੋ ਵੀ ਆਪਾਂ ਚਰਚਾ ਕਰ ਰਹੇ ਹਾਂ। ਟਾਡਾ ਸਾਹਿਬ, ਕੀ ਪ੍ਰੈਕਟੀਕਲ ਪੋਸੀਬਲ ਹੈ ਕਿ ਜਿਸ ਨੇ ਆਰਡਰ ਕੀਤੇ ਉਹ ਸੱਤਾ ਦੇ ਵਿੱਚ ਨਹੀਂ ਰਿਹਾ ਤਾਂ ਉਹਨੂੰ ਕਿਹਾ ਜਾਵੇ ਕਿ ਤੁਸੀਂ ਆਪਣੀ ਪਾਕਟ ਤੋਂ ਪੇ ਕਰੋ, ਦਵੋ 55 ਲੱਖ ਰੁਪਇਆ, ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਤਾ ਸੀ ਇੱਕ ਵੱਡੇ ਵਕੀਲ ਨੂੰ, ਅਸੀਂ ਨਹੀਂ ਦਿੰਦੇ, ਤੁਹਾਨੂੰ ਦੇਣਾ ਹੋਏਗਾ। ਕੀ ਇਹ ਪ੍ਰੈਕਟੀਕਲ ਪੋਸੀਬਲ ਹੈ? ਕਿਵੇਂ ਦੇਖਦੇ ਹੋ ਇਸ ਪੂਰੀ ਸਟੇਟਮੈਂਟ ਨੂੰ ਜਾਂ ਸਰਕਾਰ ਦੇ ਫੈਸਲੇ ਨੂੰ? ਟਾਡਾ ਸਾਹਿਬ। ਸਰ ਇਹ ਤਾਂ ਸਾਰੀ ਜਰਾਬੇਬਾਜ਼ੀ ਹੈ, ਨਾ ਰਿਕਵਰ ਹੋਣਾ ਨਾ ਰਿਕਵਰ ਕਰਨਾ ਹੈ। ਜਿਹੜਾ ਕਹਿੰਦੇ ਸੀ ਮੈਂ ਪਾਸ ਨਹੀਂ ਕਰੂੰਗਾ, ਇਹ ਚੈੱਕ ਦੇ ਵੀ ਦਿੱਤਾ ਹੋਣਾ ਹੁਣ ਤੱਕ, ਜੋ ਮੈਂ ਅੰਦਾਜ਼ਾ ਲਗਾਉਣਾ। ਗਰੀਬਾਂ ਦਾ ਪੈਸਾ ਇਹਦੇ ਤੇ ਨਹੀਂ ਲੱਗਣਾ ਚਾਹੀਦਾ। ਮੈਂ ਮੁਤਫਿਕ ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਨਾਲ, ਪਰ ਬੁਲਾਰਾ ਸਾਹਿਬ ਨੂੰ ਕਹੂੰਗਾ ਕਿ ਤੁਸੀਂ ਦੱਸ ਦਿਓਗੇ ਜਿੱਦਣ ਤੇ ਤੁਸੀਂ ਆਏ ਹੋ ਪ੍ਰਾਈਵੇਟ ਕਿੰਨੇ ਕੌਂਸਲ ਅੰਗੇਜ ਕੀਤੇ ਤੇ ਕਿੰਨੇ ਕਰੋੜ ਦੇ ਚੁੱਕੇ, ਲੱਖਾਂ ਦੀ ਗੱਲ ਤਾਂ ਛੱਡੋ। ਤੁਸੀਂ ਹਰ ਕੇਸ ਦੇ ਵਿੱਚ
ਬਾਹਰੋਂ ਵਕੀਲ ਕਿਉਂ ਅੰਗੇਜ ਕਰਦੇ ਹੋ, ਤੁਹਾਡਾ ਐਡਵੋਕੇਟ ਜਨਰਲ ਇਨਕੰਪੀਟੈਂਟ ਕਿਉਂ ਸਮਝਿਆ ਜਾਂਦਾ, ਠੀਕ ਹੈ, ਕਿਉਂ ਤੁਸੀਂ ਦਿੱਲੀੋਂ ਬੁਲਾ ਕੇ ਵਕੀਲ ਕਰਦੇ ਹੋ ਹਰ ਵਾਰ ਪੰਜਾਬ ਹਰਿਆਣਾ ਦੇ ਵਿੱਚ ਵੀ। ਇਹ ਜਿਹੜਾ ਪਖੰਡ ਹੈ ਨਾ 55 ਲੱਖ ਵਾਲਾ, ਪਹਿਲਾਂ ਤਾਂ ਇਹਨੂੰ ਛੱਡੋ। ਹੁਣ ਦੂਜੀ ਗੱਲ ਬੋਲੋ ਸੱਚ। ਸੱਚ ਇਹ ਹੈ ਕਿ ਕੈਪਟਨ ਅਮਰਿੰਦਰ ਦਾ ਮੁੰਡਾ ਸ਼ੂਟਿੰਗ ਕਰਦਾ ਸੀ, ਬੜਾ ਰਿਨਾਊਂਡ ਪਲੇਅਰ ਹੈ। ਰਾਣਾ ਸੋਢੀ ਦਾ ਵੀ ਹੈ ਤੇ ਅੰਸਾਰੀ ਦਾ ਵੀ ਹੈ। ਤੰਦਾਂ ਤਾਂ ਇੱਥੋਂ ਰਲੀਆਂ, ਤੇ ਤੰਦਾਂ ਰਲੀਆਂ ਤੇ ਉਹਨੂੰ ਖੌਫ ਸੀ ਕਿ ਮੈਨੂੰ ਮਾਰ ਨਾ ਦੇਣ, ਕਿਉਂਕਿ ਇਨਕਾਊਂਟਰ ਬਾਬਾ ਜੀ ਅੱਜ ਕੱਲ ਹੈਗੇ ਬੜੇ ਤੇਜ਼ ਤੇ ਬੜੇ ਤਰਾਸ਼, ਬੜੇ ਐਕਟਿਵ ਹੈ। ਤਾਂ ਚੀਕਾਂ ਪੈਂਦੀਆਂ ਸੀ ਕਿ ਭੱਜ ਰਹੀ ਹੈ ਯੂਪੀ ਚੋਂ। ਇੱਕ ਫਰਜ਼ੀ ਕੇਸ ਰਜਿਸਟਰ ਕਰਕੇ ਉਹਨੂੰ ਰੋਪੜ ਜੇਲ੍ਹ 'ਚ ਰੱਖਿਆ ਜੀ, ਤੇ ਉਸ ਜੇਲ੍ਹ ਦੀ ਰਿਪੋਰਟ ਵੀ ਆ ਚੁੱਕੀ ਹੈ ਮਾਨ ਸਾਹਿਬ ਕੋਲ। ਤੇ ਮਾਨ ਸਾਹਿਬ ਨੇ 15 ਇਹ ਤਾਂ ਪਹਿਲਾਂ ਅਸੈਂਬਲੀ 'ਚ ਬੋਲੇ ਸੀ, ਫਸਟ ਅਸੈਂਬਲੀ ਸੈਸ਼ਨ 'ਚ, ਅੱਜ ਤਾਈਂ ਸੁੱਤੇ ਕਿਉਂ ਪਏ ਸੀ ਜੀ। ਇਹ ਗੱਲ ਇਸ਼ੂ ਚੱਕਿਆ ਇਲੈਕਸ਼ਨਾਂ ਕਰਕੇ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਪਰ ਗੱਲ ਇਹ ਹੈ ਕਿ ਰਿਪੋਰਟ ਦੇ ਵਿੱਚ ਇੰਡਿਕਟਮੈਂਟ ਕਿਹਦੀ ਆਈ ਹੈ, ਪਹਿਲਾਂ ਇਹ ਤਾਂ ਦੱਸ ਦਿਓ ਸਾਨੂੰ। ਟਵੀਟ ਤਾਂ ਕਰਤਾ ਭਗਵੰਤ ਮਾਨ ਜੀ ਨੇ, ਟਵੀਟ ਦੀ ਜਗ੍ਹਾ ਰਿਪੋਰਟ ਹੀ ਜਨਹਿਤ ਕਰ ਦਿੰਦੇ ਅਸੀਂ। ਠੀਕ ਹੈ ਟਾਂਡਾ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ, ਥੋੜਾ ਜਿਹਾ ਡਿਸਟਰਬੈਂਸ ਲੱਗ ਰਹੀ ਹੈ ਨੈਟਵਰਕ ਦੇ ਵਿੱਚ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਸਰੀਨ ਸਾਹਿਬ ਦਾ ਰੁਕ ਕਰ ਲੈਣਾ ਉਨੀ ਦੇਰ। ਟਾਂਡਾ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਠੀਕ ਹੈ, ਤੁਸੀਂ ਕੰਪਲੀਟ ਕਰ ਲਓ, ਇੱਕ ਵਾਰੀ ਕੰਪਲੀਟ ਕਰ ਲਓ, ਥੋੜਾ ਜਿਹਾ ਘੱਟ ਸਮਾਂ ਲਿਓ, ਆਪਾਂ ਫਿਰ ਅੱਗੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਾਂਗੇ। ਝੂਠਾ ਕੇਸ ਰਜਿਸਟਰ ਕਰਕੇ ਜੇਲ੍ਹ 'ਚ ਰੱਖਿਆ, ਠੀਕ ਹੈ। ਉਹਨਾਂ ਨੂੰ ਨਿਰੰਤਰ ਸੁਪਰੀਮ ਕੋਰਟ ਤੱਕ ਨਜਾਇਜ਼ ਸਰਕਾਰੀ ਖਰਚ ਤੇ ਲੜਾਈ ਲੜੀ ਕਿਉਂ ਇੱਥੇ ਰਵੇ ਇੱਕ ਕ੍ਰਿਮੀਨਲ ਨੂੰ ਜੀ। ਇਹ ਬੜੀ ਸ਼ਰਮ ਵਾਲੀ ਗੱਲ, ਪਰ ਫੜਿਆ ਨਹੀਂ ਜਾਣਾ। ਨਾ ਕੈਪਟਨ ਅਮਰਿੰਦਰ ਨੇ ਫੜਿਆ ਜਾਣਾ, ਨਾ ਜੇਲ੍ਹ ਮੰਤਰੀ ਨੇ ਫੜਿਆ ਜਾਣਾ ਜੀ, ਨਾ ਮੌਜੂਦਾ ਜੇਲ੍ਹ ਮੰਤਰੀ। ਇਹੀ ਹਾਲਾਤ ਦੇ ਵਿੱਚ ਇੱਕ ਰੇਪਿਸਟ ਜਿਹੜਾ ਬੈਂਸ ਹੈ, ਉਹਨੂੰ ਵੀ ਐਵੇਂ ਹੀ ਰੱਖਿਆ ਜਿਵੇਂ ਅੰਸਾਰੀ ਰੱਖਿਆ। ਉਹਨੂੰ ਜੇਲ੍ਹ ਸੁਪਰਡੈਂਟ ਦੇ ਕਮਰੇ ਦੇ ਵਿੱਚ ਮੁਲਾਕਾਤਾਂ ਕਰਦਾ ਸੀ ਲੋਕਾਂ ਨਾਲ, ਵਿਦਆਊਟ ਆਫੀਸ਼ਲ ਮੁਲਾਕਾਤਾਂ, ਰੋਜ਼ ਉਹਦੀ ਮਹਿਫਿਲ ਲੱਗਦੀ ਸੀ ਉੱਥੇ। ਤੇ ਉਹ ਕਿਵੇਂ ਲੱਗਦੀ ਸੀ? ਇਹ ਜਿਹੜੇ ਕੁਰਸੀ ਤੇ ਬਹਿ ਜਾਂਦੇ ਆ ਨਾ, ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕਿਹੜਾ ਫਤੂਰ ਆ ਜਾਂਦਾ ਹੈ, ਉਦੋਂ ਭੁੱਲ ਜਾਂਦੇ ਆ ਕਾਨੂੰਨ ਕੀ ਹੈ ਤੇ ਸਭ ਕੀ ਹੈ। ਇਹ ਗੱਲਾਂ ਹੀ ਆ ਬਣਾ ਕੇ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ। ਠੀਕ ਹੈ, ਇਹ ਕਰਨੇ ਸਭ ਨੇ ਇੱਕ ਕਿਸਮ ਦਾ ਕੰਮ ਹੈ। ਨਹੀਂ ਪਰ ਟਾਂਡਾ ਸਾਹਿਬ, ਕੁਰਸੀ ਤੇ ਤਾਂ ਤੁਹਾਡੀ ਵੀ ਸਰਕਾਰ ਜਾਂ ਕਹੀਏ ਕਿ ਤੁਹਾਡੀ ਪਾਰਟੀ ਵੀ ਬੈਠੀ ਹੈ ਕਿ ਉਦੋਂ ਵੀ ਫਤੂਰ ਆਇਆ ਸੀ। ਉਹ ਵੀ ਕਰਦੇ ਰਹੇ ਹੋਣੇ ਆ ਜੀ, ਮੈਂ ਕਿੱਥੇ ਡਿਨਾਈ ਕਰਦਾ। ਇਹ ਜਿਹੜਾ ਬੰਦਾ ਪਾਵਰ ਦੀ ਕੁਰਸੀ ਤੇ ਬੈਠਦਾ, ਉਹਨੂੰ ਲਿਬਰਟੀ ਨਹੀਂ ਲੈਣੀ ਚਾਹੀਦੀ, ਫਰੀडम ਨਹੀਂ ਹੈ। ਤੁਸੀਂ ਟਰਸਟੀ ਹੋ, ਤੁਸੀਂ ਇਸ ਟਰਸਟੀ ਚੱਲੋ। ਉਂਗਲੀਆਂ ਚੱਕਣੀਆਂ ਰੂਲਰ ਤੇ ਬਹੁਤ ਸੌਖੀਆਂ ਹੁੰਦੀਆਂ, ਅੱਜ 15 ਮਹੀਨੇ 'ਚ ਉਂਗਲੀਆਂ ਇਹਨਾਂ ਤੇ ਉੱਠ ਰਹੀਆਂ। ਮੈਂ ਓਪਨ ਕਹਿੰਦਾ ਜਵਾਬ ਨਹੀਂ ਦੇਣਗੇ, ਹੁਣ ਵੀ ਨਹੀਂ ਦੇਣਾ ਕਿਸੇ ਨੇ ਜਵਾਬ। ਕਿ ਬੈਂਸ ਨੂੰ ਅੰਦਰੋਂ ਟੈਲੀਫੋਨ ਕਰਾਉਂਦੇ ਸੀ, ਉਹਦਾ ਟੈਲੀਫੋਨ ਉਹਦੇ ਕੋਲ ਸੀ, ਜੇਲ੍ਹ ਦੇ ਵਿੱਚ ਇੰਟਰਵਿਊਜ਼ ਦਿੰਦਾ ਸੀ, ਐਡੀਟੇਸ਼ਨ ਕਰਦਾ ਸੀ ਜੇਲ੍ਹ ਦੇ ਵਿੱਚ ਬੈਂਸ। ਉਹਨੂੰ ਈਵਨ ਉਸ ਟਾਈਮ ਦੇ ਸਿੱਧੂ ਨੂੰ ਉਹਦੀ ਨਹੀਂ ਚੱਲੀ, ਸਪੈਸ਼ਲ ਲੁਧਿਆਣੇ ਚੋਂ ਕੱਢ ਕੇ ਬਰਨਾਲੇ ਇੱਕ ਛੋਟੀ ਜੇਲ੍ਹ 'ਚ ਰੱਖਿਆ, ਜਿਵੇਂ ਮਿਲਾਣਾ ਸੌਖਾ ਹੋਵੇ, ਜਿੱਥੇ ਕੋਈ ਉਹਨਾਂ ਦਾ ਲੌਕਿੰਗ ਸਿਸਟਮ ਨਹੀਂ ਹੈ ਟੈਲੀਫੋਨਾਂ ਦਾ। ਕਮਾਲ ਹੈ। ਇਹ ਬੋਲੇ ਛੱਜ ਤਾਂ ਬੋਲੇ ਛਾਨੀ। ਠੀਕ ਹੈ, ਚਲੋ ਆਪਾਂ ਜਵਾਬ ਲਵਾਂਗੇ। ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਕਹਿ ਰਹੇ ਹੋ ਕਿ ਜਿਹੜੀ ਜੇਲ੍ਹਾਂ ਦੇ ਅੰਦਰ ਪੁਸ਼ਤ ਪਨਾਹੀ ਹੈ ਉਹ ਸਾਬਕਾ ਸਰਕਾਰਾਂ ਦੇ ਸਮੇਂ ਜਾਰੀ ਰਹੀ, ਹੁਣ ਵੀ ਹੈ। ਮੈਂ ਇਸ ਪੁਆਇੰਟ ਦੇ ਉੱਤੇ ਆਣਾ, ਆਪਾਂ ਸਾਰਿਆਂ ਨੂੰ ਐਡ ਕਰ ਲਈਏ। ਮੈਂ ਸਰੀਨ ਸਾਹਿਬ ਦਾ ਇੱਕ ਵਾਰ ਰੁਕ ਕਰਦਾ। ਸਰੀਨ ਸਾਹਿਬ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਦੇਖੋ, ਬਹੁਤ ਸਿੱਧਾ ਜਿਹਾ ਸਵਾਲ ਹੈ। ਤੁਹਾਨੂੰ ਲੱਗਦਾ ਕਿ ਕੋਈ ਪੈਸਿਆਂ ਦੀ ਰਿਕਵਰੀ ਕਰਨੀ ਚਾਹੀਦੀ ਹੈ ਜਾਂ ਹੋਣੀ ਚਾਹੀਦੀ ਹੈ? ਇਹ ਪੂਰੀ ਡਿਬੇਟ ਰਿਕਵਰੀ ਤੱਕ ਸੀਮਿਤ ਕਰਨ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ, ਕਿਉਂਕਿ ਉਸ ਤੋਂ ਅੱਗੇ ਵੀ ਪੁਆਇੰਟ ਹੈ। ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਠੀਕ ਹੈ, ਰਿਕਵਰੀ ਹੋਈ ਨਹੀਂ ਹੋਈ, ਕਦੋਂ ਹੋਏਗੀ, ਉਸ ਦੇ ਉੱਤੇ ਵੀ ਸਾਨੂੰ ਜਵਾਬ ਦਿਵੋ। ਪਰ ਜਵਾਬ ਇਹ ਦਿਵੋ ਕਿ ਸੁਪਰੀਮ ਕੋਰਟ 'ਚ ਜਾ ਕੇ ਵਕੀਲ ਕਰਨ ਦੀ ਜ਼ਰੂਰਤ ਕੀ ਪੈ ਗਈ, ਕਿਉਂ ਕਰ ਲਿਆ ਗਿਆ ਵਕੀਲ? ਗੌਰਵ ਜੀ, ਤੁਹਾਡੇ ਪ੍ਰਸ਼ਨ ਦਾ ਉੱਤਰ ਦੋ ਹਿੱਸਿਆਂ 'ਚ ਦਿੱਤਾ ਜਾਏਗਾ, ਮੈਨੂੰ ਕਾਈਂਡਲੀ ਦਾ ਸਮੇਂ ਦੇ ਦੇਣਾ ਜੀ। ਪਹਿਲੀ ਗੱਲ ਕਿ ਜਿਹੜਾ ਅੱਜ ਭਗਵੰਤ ਮਾਨ ਜੀ ਦਾ ਬਿਆਨ ਆਇਆ, ਸਵਾਏ ਇੱਕ ਪੋਲੀਟੀਕਲ ਸਟੰਟ ਦੇ, ਡਰਾਮੇਬਾਜ਼ੀ ਦੇ, ਔਰ ਜਿਵੇਂ ਇੱਕ ਕਾਮੇਡੀ ਦੇ ਕਿੰਗ ਨੇ ਉਸੇ ਤਰੀਕੇ ਦੇ ਨਾਲ ਇਹ ਇੱਕ ਬਿਆਨ ਹੈਗਾ। ਇਹ ਛੱਡਣ, ਇਹਨਾਂ ਦੇ ਵੱਡੇ ਵੀ ਆ ਜਾਣ ਨਾ, ਉਹ ਵੀ ਵਕੀਲ ਦੀ ਫੀਸ ਨਹੀਂ ਰੋਕ ਸਕਦੇ। ਕਾਰਨ ਕੀ ਹੈ? ਜਦੋਂ ਵੀ ਬਾਹਰੋਂ ਕਿਸੇ ਸੀਨੀਅਰ ਵਕੀਲ ਨੂੰ ਕਰਨਾ ਹੁੰਦਾ, ਟਾਂਡਾ ਸਾਹਿਬ ਖੁਦ ਰਹੇ ਨੇ ਬਾਰ ਕੌਂਸਲ ਦੇ ਵਿੱਚ, ਅਪਰੂਵ ਹੁੰਦਾ ਏਜੀ ਆਫਿਸ ਤੋਂ, ਅਪਰੂਵਲ ਹੁੰਦੀ ਹੈ ਏਜੀ ਆਫਿਸ ਤੋਂ ਕਿ ਫਲਾਣਾ ਵਕੀਲ ਜਿਹੜਾ ਹੈਗਾ ਕੀਤਾ ਜਾ ਰਿਹਾ ਜਾਂ ਕੀਤਾ ਜਾਵੇਗਾ। ਠੀਕ ਹੈ, ਠੀਕ ਹੈ, ਇੱਕ ਪ੍ਰੋਸੀਜਰ ਹੈਗਾ ਵਾ। ਇਹ ਨਹੀਂ ਕਿ ਜਿਹੜਾ ਮਰਜ਼ੀ ਆਫਟਰ ਗਵਰਨਮੈਂਟ ਨੇ ਕਰਨਾ ਨਾ, ਉਹਦਾ ਪ੍ਰੋਸੀਜਰ ਹੈਗਾ ਏਜੀ ਆਫਿਸ ਤੇ ਲਾਅ ਡਿਪਾਰਟਮੈਂਟ ਔਰ ਜੇਲ ਡਿਪਾਰਟਮੈਂਟ।
ਹੁਣ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਜਿਹੜੇ ਵਕੀਲ ਨੂੰ ਕੀਤਾ ਗਿਆ ਜੀ ਉਹਨੂੰ ਫੀਸ ਤਾਂ ਭਾਈ ਦੇਣੀ ਪੈਣੀ ਹੈ, ਔਰ ਭਗਵੰਤ ਮਾਨ ਦੂਜੀ ਲਾਈਨ 'ਚ ਆਪ ਵੀ ਕਹੇਗਾ ਹਾਂ ਜੀ ਉਹਨੂੰ ਤਾਂ ਦੇਣੀ ਪਊਗੀ, ਹੀ ਆਲਸੋ ਨੋਸ ਕਿ ਦੇਣੀ ਪਏਗੀ। ਹੁਣ ਆ ਗਈ ਗੱਲ ਕਹਿੰਦੇ ਰਿਕਵਰ ਕਰਾਂਗੇ। ਡੂ ਯੂ ਹੈਵ ਪਾਵਰਸ ਟੂ ਰਿਕਵਰ ਫਰੋਮ ਅ ਪਰਸਨ? ਕਿਆ ਸਰਕਾਰ ਜਿਹੜਾ ਨਿਰਣੈ ਸਰਕਾਰ ਨੇ ਲਿੱਤਾ ਹੋਵੇ, ਸਰਕਾਰ ਇਜ਼ ਅ ਕੰਟੀਨਿਊਇੰਗ ਅਥਾਰਟੀ। ਇਹ ਨਹੀਂ ਕਿ ਪਾਰਟੀ ਬਦਲ ਗਈ ਜਾਂ ਸਰਕਾਰ ਬਦਲ ਗਈ ਤੇ ਉਹ ਸਰਕਾਰ ਦੇ ਨਿਰਣੇ ਬਦਲ ਗਏ ਜੀ। ਇਟ ਇਜ਼ ਅ ਕੰਟੀਨਿਊਇੰਗ ਅਥਾਰਟੀ। ਜਿਹੜਾ ਨਿਰਣੇ ਸਰਕਾਰ ਨੇ ਲਿੱਤਾ ਉਹਦੀ ਰਿਕਵਰੀ ਕਿਹਦੇ ਕੋਲ ਕਰੋਗੇ ਤੁਸੀਂ? ਸੋ ਇਹ ਇੱਕ ਜਿਹੜਾ ਹੈਗਾ ਜਿਸ ਤੱਕ ਭਗਵੰਤ ਮਾਨ ਜੀ ਦੀ ਸਟੇਟਮੈਂਟ ਹੈਗੀ ਆ ਇਹ ਸਿਰਫ ਬਾਈ ਇਲੈਕਸ਼ਨ ਨੂੰ ਦੇਖਦੇ ਹੋਏ ਇੱਕ ਪੋਲੀਟੀਕਲ ਸਟੰਟ ਹੈ, ਇਸ ਦੇ ਇਲਾਵਾ ਕੁਝ ਨਹੀਂਗਾ। ਹੁਣ ਦੂਸਰੀ ਗੱਲ ਹੈ ਕਿ ਅੰਸਾਰੀ ਜੀ ਦੀ। ਜੀ ਗੌਰਵ ਜੀ, ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਇਸ ਵਿਸ਼ੇ ਤੇ ਅੱਗੇ ਵੀ ਡਿਬੇਟ ਕੀਤੀ ਸੀਗੀ। ਮੈਂ ਉਦੋਂ ਹੀ ਪ੍ਰਸ਼ਨ ਚੱਕੇ ਸਨ ਕਿ ਉਸ ਵੇਲੇ ਦੇ ਜੇਲ੍ਹ ਮੰਤਰੀ ਔਰ ਸਾਰਾ ਜੱਗ ਜਾਣਦਾ ਹੈ ਕਿ ਸੁਖਜਿੰਦਰ ਰੰਧਾਵਾ ਜਿਹੜੇ ਉਸ ਵੇਲੇ ਜੇਲ੍ਹ ਮੰਤਰੀ ਸੀ ਔਰ ਅੰਸਾਰੀ ਜੀ ਦੇ ਸੰਬੰਧ ਕਿਸ ਤਰ੍ਹਾਂ ਦੇ ਸੀ। ਔਰ ਉਸ ਵੇਲੇ ਵੀ ਬੜੀ ਚਰਚਾ ਸੀਗੀ ਕਿ ਉਹਨਾਂ ਦੀ ਹਸਪਿਟੈਲਿਟੀ ਲਖਨਊ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਦੀ ਇਹਨਾਂ ਨੇ ਸੁਖਜਿੰਦਰ ਰੰਧਾਵਾ ਜੀ ਨੇ ਇੰਜੋਏ ਕੀਤੀ ਸੀ। ਅਸੀਂ ਚਰਚਾ ਵੀ ਆਪਾਂ ਡਿਸਕਸ ਕੀਤੀ ਸੀਗੀ ਕਿ ਲਖਨਊ ਜਾ ਕੇ ਉਹਨਾਂ ਦੀ ਪਾਰਟੀ ਅਟੈਂਡ ਕੀਤੀ, ਉਹਨਾਂ ਦੇ ਫੈਮਿਲੀ ਫੰਕਸ਼ਨ ਅਟੈਂਡ ਕਰਦੇ ਨੇ। ਔਰ ਅੰਸਾਰੀ ਕੌਣ ਹੈ? ਇੱਕ ਨਾਮੀ ਗੈਂਗਸਟਰ ਜੀ, ਨਾਮੀ ਅਪਰਾਧੀ ਜੇ ਨਾ ਜਾਣੇ ਕਿੰਨੇ ਮੁਕੱਦਮੇ ਦਰਜ ਨੇ। ਔਰ ਜਦੋਂ ਯੂਪੀ ਸਰਕਾਰ ਦੇ ਯੋਗੀ ਜੀ ਨੇ ਸ਼ਿਕੰਜਾ ਕੱਸਿਆ ਇਹਨਾਂ ਗੈਂਗਸਟਰਸ ਦੇ ਉੱਤੇ, ਇਹ ਪਨਾਹ ਲੈਣ ਲਈ ਪੰਜਾਬ ਆ ਗਏ। ਉਸ ਵੇਲੇ ਦੀ ਕਾਂਗਰਸ ਗਵਰਨਮੈਂਟ ਨੇ ਪਨਾਹ ਦਿੱਤੀ। ਮੈਨੂੰ ਇੱਕ ਚੀਜ਼ ਦੱਸੋ, ਇੱਕ ਫਰਜ਼ੀ ਕੇਸ ਕੀਤਾ ਕਿ ਜੀ ਫਰੌਤੀ ਦੀ ਕਾਲ ਆਈ, ਫਰੌਤੀ ਮੰਗੀ, ਉਹਦਾ ਅੱਜ ਤੱਕ ਚਲਾਨ ਪੇਸ਼ ਕੀਤਾ ਗਿਆ? ਮੈਂ ਆਮ ਆਦਮੀ ਪਾਰਟੀ ਨੂੰ ਪੁੱਛਦਾ, ਕਾਂਗਰਸ ਨੇ ਨਹੀਂ ਕੀਤਾ। ਤੁਹਾਨੂੰ ਤੇ ਹੁਣ 12-13 ਮਹੀਨੇ ਹੋ ਗਏ ਨੇ, ਤੁਸੀਂ ਹੁਣ ਤੱਕ ਉਸ ਦਾ ਚਲਾਨ ਪੇਸ਼ ਕਰਾਇਆ? ਉਹ ਵੀ ਨਹੀਂ ਕਰਾਇਆ। ਨੰਬਰ 2, ਅੰਸਾਰੀ ਨੂੰ ਉੱਥੇ ਰੱਖਦੇ ਹੋਏ, ਠੀਕ ਹੈ, ਆਪਾਂ ਸਾਰੇ ਜਾਣਦੇ ਆ ਕਿ ਰੋਪੜ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੀ ਉਹਨੂੰ ਫੈਸਿਲਿਟੀਆਂ ਦਿੱਤੀਆਂ ਗਈਆਂ। ਐਂਬੂਲੈਂਸ ਤੱਕ ਉਹਦੀ ਪ੍ਰਾਈਵੇਟ ਉੱਥੇ ਹੈਗੀ ਸੀਗੀ ਔਰ ਬਹੁਤ ਸਾਰੀ ਚਰਚਾ ਤੇ ਇਹਦੀ ਕਿ ਉਹਦੀ ਫੈਮਿਲੀ ਵੀ ਜਿਹੜੀ ਆ ਕੇ ਉਹਦੇ ਨਾਲ ਰਹਿੰਦੀ ਸੀ ਉੱਥੇ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਇਸ ਤਰ੍ਹਾਂ ਦਾ ਇਸ਼ਾਰਾ ਕਰਦੀਆਂ ਨੇ ਕਿ ਇੱਕ ਜਿਹੜਾ ਕਾਂਗਰਸ ਐਂਡ ਗੈਂਗਸਟਰਸ ਦਾ ਜਿਹੜਾ ਨੈਕਸਸ ਸਾਰੇ ਜੱਗ ਨੂੰ ਜ਼ਾਹਰ ਹੈਗਾ। ਠੀਕ ਹੈ ਸਰੀਨ ਸਾਹਿਬ, ਮੈਂ ਅੱਗੇ ਵਧਾਂ। ਇੱਕ ਬਹੁਤ ਛੋਟਾ ਜਿਹਾ ਸਵਾਲ ਹੈ, ਤੁਹਾਡੇ ਬਿਆਨਾਂ ਦੇ ਵਿੱਚ ਕੈਪਟਨ ਨੂੰ ਡਿਫੈਂਡ ਕਰਨ ਵਾਲੀ ਇੱਕ ਟੋਨ ਹੈ। ਨਹੀਂ, ਮੇਰੀ ਗੱਲ ਪੂਰੀ ਕਰ ਲੈ। ਤੁਸੀਂ ਨਾਮ ਨਹੀਂ ਲਿਆ ਸਰ, ਤੁਸੀਂ ਨਾਮ ਨਹੀਂ ਲਿਆ। ਤੁਸੀਂ ਜੇਲ੍ਹ ਮੰਤਰੀ ਨੂੰ ਕਹਿ ਰਹੇ ਹੋ ਉਸ ਸਮੇਂ ਜਿਹੜੇ ਗ੍ਰਹਿ ਵਿਭਾਗ ਨੂੰ ਸੰਭਾਲ ਰਹੇ ਸੀ ਕਿ ਉਹਨਾਂ ਦੀ ਜਵਾਬਦੇਹੀ ਬਣਦੀ ਹੈ ਕਿ ਨਹੀਂ? ਉਹ ਬੇਸ਼ੱਕ ਅੱਜ ਤੁਹਾਡੇ ਨਾਲ ਨੇ। ਗੌਰਵ ਜੀ, ਕਿਸੇ ਵਿਅਕਤੀ ਨੂੰ ਡਿਫੈਂਡ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਕੀ ਕਹਿ ਰਿਹਾ, ਉਸ ਵੇਲੇ ਦੀ ਕਾਂਗਰਸ ਗਵਰਨਮੈਂਟ ਜਿਹੜੀ ਸੀਗੀ that is the decision taking, it is not an individual, ਠੀਕ ਹੈ। ਔਰ ਉਹਦੀ ਰਿਕਮੈਂਡੇਸ਼ਨ ਮੈਂ ਤੇ ਇਹ ਕਹਿ ਰਿਹਾ ਉਹਨੂੰ ਪਰਸਿਊ ਕਿਨੇ ਕੀਤਾ? ਉਸ ਵੇਲੇ ਜੇਲ੍ਹ ਮੰਤਰੀ ਨੇ। ਨੰਬਰ 2, ਮੈਨੂੰ ਇੱਕ ਚੀਜ਼ ਦੱਸੋ, ਹੁਣ ਵੀ ਆਪਾਂ ਦੇਖਦੇ ਆ ਨਾ ਕਿ ਲਾਰੈਂਸ ਬਿਸ਼ਨੋਈ ਨੂੰ NIA ਵਾਲੇ ਦਿੱਲੀ ਲੈ ਗਏ, ਉੱਥੋਂ ਆਏ ਕਿਸੇ ਵੀ ਜਿਹੜਾ ਗੈਂਗਸਟਰਸ ਜਾਂ ਹੋਰ ਜਿਹੜੇ ਅਪਰਾਧੀ ਹੁੰਦੇ ਨੇ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਜਦੋਂ ਕੇਸ ਹੁੰਦੇ ਨੇ ਲੈ ਕੇ ਆਉਂਦੇ ਜਾਂਦੇ ਆ ਆਪਾਂ। ਠੀਕ ਹੈ, ਹਾਂ ਬਿਲਕੁਲ ਹੁੰਦਾ ਜੀ। ਸਾਰੀ ਨੂੰ ਸਾਰੀ ਵਾਸਤੇ 48 ਵਾਰ ਤਾਂ ਹੀ ਸਵਾਲ। ਤੁਸੀਂ ਦੇਖੋ, ਤੁਹਾਨੂੰ ਜੇਲ੍ਹ ਮੰਤਰੀ ਤਤਕਾਲੀ ਜਿਹੜੇ ਨੇ ਉਹਨਾਂ ਦੇ ਰਿਸ਼ਤੇ ਨਜ਼ਰ ਆਉਂਦੇ ਨੇ। ਟਾਂਡਾ ਸਾਹਿਬ ਨੇ ਜੋ ਜ਼ਿਕਰ ਕੀਤਾ, ਮੈਂ ਉਸ ਤੇ ਵੀ ਸਵਾਲ ਕਰ ਲਵਾਂ। ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਉਹਨਾਂ ਨੇ ਜੋ ਪੂਰੀ ਥਿਊਰੀ ਦੱਸੀ ਹੈ, ਕੈਪਟਨ ਸਾਹਿਬ ਦੇ ਬੇਟੇ ਤੇ ਅੰਸਾਰੀ ਦੇ ਬੇਟੇ ਕਹਿੰਦੇ ਆਪਸ ਦੇ ਵਿੱਚ ਸ਼ੂਟਿੰਗ ਦੀ ਵਜ੍ਹਾ ਦੇ ਨਾਲ ਦੋਸਤੀ ਹੈ, ਇਸ ਕਰਕੇ ਪੰਜਾਬ ਦੇ ਵਿੱਚ ਰੱਖਿਆ ਗਿਆ। ਜਿਹੜੇ 48 ਸੰਮਨ ਆਏ ਜੀ, ਇਹ ਪੁਲਿਸ ਦੇ ਸੰਮਨ ਨਹੀਂ ਸੀ ਆਏ, ਕੋਰਟ ਦੇ ਸੰਮਨ ਆਏ ਸਨ। ਉਹਨੂੰ ਪ੍ਰੋਡਕਸ਼ਨ ਵਾਰੰਟ ਕੇ ਉਹਨੂੰ ਹਾਜ਼ਰ ਕੀਤਾ ਜਾਵੇ ਕੋਰਟ ਦੇ ਵਿੱਚ, ਠੀਕ ਹੈ। ਉਹਨੂੰ ਡਿਫੈਂਡ ਕਰਨ ਵਾਸਤੇ ਸੁਪਰੀਮ ਕੋਰਟ ਤੱਕ ਇਸ ਸਰਕਾਰ ਨੇ ਲੜਾਈ ਲੜੀ। ਇਸ ਗੱਲ ਦੀ ਲੜਾਈ ਲੜੀ ਤੇ ਗੈਂਗਸਟਰ ਨੂੰ ਕਿਸੇ ਕੇਸ ਦੇ ਵਿੱਚ ਪ੍ਰੋਡਿਊਸ ਕਰਨਾ ਹੈਗਾ ਤੇ ਉਹਦੇ ਵਾਸਤੇ ਉਹਨੂੰ ਬਚਾਉਣ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੜਨ ਦੀ ਕੀ ਲੋੜ ਪੈਗੀ? ਨਹੀਂ, ਬਿਲਕੁਲ ਇਹੀ ਸਵਾਲ ਹੈ, ਇਹੀ ਸਵਾਲ ਹੈ ਸਰ, ਇਹੀ ਸਵਾਲ ਹੈ। ਚਲੋ ਥੋੜਾ ਜਿਹਾ ਵੇਟ ਕਰੋ, ਮੈਂ ਇੱਕ ਵਾਰ ਸਾਰਿਆਂ ਦਾ ਦੁਬਾਰਾ ਰੁਕ ਕਰਦਾ। ਆਪਾਂ ਛੋਟੇ ਜਵਾਬ ਰੱਖੀਏ ਹੁਣ, ਕਿਉਂਕਿ ਪਿੱਛੇ ਡਿਬੇਟ ਦੇ ਵਿੱਚ ਫਿਰ ਸਮਾਂ ਘੱਟ ਰਹਿ ਜਾਂਦਾ ਹੈ। ਪਾਸੀ ਸਾਹਿਬ, ਮੈਂ ਤੁਹਾਡੇ ਕੋਲ ਆਉਂਗਾ, ਪਰ ਪਹਿਲਾਂ ਸੰਧੂ ਸਾਹਿਬ ਦਾ ਰੁਕ ਕਰਦਾ। ਸੰਧੂ ਸਾਹਿਬ, ਪੋਲੀਟੀਕਲ ਸਟੰਟ ਵਾਲੇ ਦੇ ਉੱਪਰ ਮੈਂ ਜਾਵਾਂਗਾ, ਪਰ ਵਾਰ-ਵਾਰ ਸਵਾਲ ਉੱਠ ਰਹੇ ਨੇ। ਕਹਿੰਦੇ ਤੁਹਾਡੇ ਜੇਲ੍ਹ ਮੰਤਰੀ ਜਿਹੜੇ ਤਤਕਾਲੀ ਸੀ ਉਹ ਲਖਨਊ ਗਏ, ਹਸਪਿਟੈਲਿਟੀ ਉੱਥੇ ਜਿਹੜੀ ਹੋਈ, ਔਰ ਉਸ ਤੋਂ ਬਾਅਦ ਪਰਿਵਾਰ ਅੰਸਾਰੀ ਦਾ ਰੋਪੜ ਦੀ ਜੇਲ੍ਹ ਦੇ ਵਿੱਚ ਰਿਹਾ, ਸਭ ਕਿਰਪਾ ਸੀ ਜੇਲ੍ਹ ਮੰਤਰੀ ਦੀ, ਤਤਕਾਲੀ ਜੇਲ੍ਹ ਮੰਤਰੀ ਦੀ। ਇਸ ਤਰੀਕੇ ਦੇ ਇਲਜ਼ਾਮ ਨੇ ਤੁਹਾਡੇ ਉੱਤੇ। ਸਰ ਦੇਖੋ, ਇਹਨਾਂ ਨੇ ਕਿਹਾ ਸੁਖਜਿੰਦਰ ਰੰਧਾਵਾ ਜੀ ਲਖਨਊ ਗਏ, ਇੱਥੇ ਗਏ, ਉੱਥੇ ਗਏ। ਉਹ ਭਾਈ ਅਡਾਨੀਆਂ ਦੇ ਜਹਾਜ਼ ਕੌਣ ਵੇਚਦਾ ਸਾਰੀ ਦੁਨੀਆ ਨੂੰ? ਦੱਸੋ ਸਹੀ ਬੜਾ ਜਿਹਾ। ਜੋ ਤੁਸੀਂ ਨੀਰਵ ਮੋਦੀ ਤੋਂ ਲੈ ਕੇ ਮੇਲ ਚੌਕਸੀ ਤੋਂ ਲੈ ਕੇ ਸਾਰੇ ਤੁਹਾਡਾ ਫਰੋਡੀਏ ਪੈਸੇ ਲੈ ਕੇ ਸਭ ਇੰਡੀਆ ਦੇ ਚਲ ਜੇ, ਉਹਦੇ ਬਾਰੇ ਕੋਈ ਗੱਲ ਕਰ ਲਈਏ। ਤੁਸੀਂ ਇੱਕ ਅੱਜ ਘਟੀਆ ਮੁੱਦਾ ਜਿਹੜਾ ਉਹ ਤੇ ਡਿਬੇਟ ਆਪਾਂ ਰੱਖ ਲਈ, ਮਤਲਬ 55 ਲੱਖ ਰੁਪਏ। ਬੇਸਿਕਲੀ ਡਿਬੇਟਸ ਦੋ ਨੇ,
ਇੱਕ ਤੇ ਆ 55 ਲੱਖ ਦੀ ਰਿਕਵਰੀ ਤੇ ਦੂਜਾ ਆ ਵੀ ਐਸ਼ੋ ਆਰਾਮ ਉਹਨੂੰ। ਉਹ ਬਈ ਤੁਸੀਂ ਕੀ ਕੀਤਾ? ਮੈਂ ਆਮ ਆਦਮੀ ਪਾਰਟੀ ਨੂੰ ਵੀ ਨਾਲ ਪੁੱਛਣਾ ਚਾਹਨਾ ਨਾ, ਸਾਨੂੰ ਤੇ ਤੁਸੀਂ ਪੁੱਛ ਲਿਆ, ਜਦੋਂ ਸਰਕਾਰਾਂ ਹੱਥਾਂ ਤੋਂ ਕਰੀਦੀ ਨਹੀਂ, ਲੋਕਾਂ ਨੇ ਤੁਹਾਨੂੰ ਵੀ ਪੁੱਛਣਾ ਨਾ। ਸਾਰੇ ਇੰਡੀਆ ਦੀ ਅਖਬਾਰਾਂ 'ਚ ਪੂਰੇ ਪੇਜ ਤੇ ਤੁਸੀਂ ਇਸ਼ਤਿਹਾਰ ਦਿੰਦੇ ਹੋ, ਕਦੀ ਜੱਟ ਤੇ ਅੱਜ ਇੱਥੋਂ ਕਰਨਾਟਕਾ ਤੇ ਕਰਨਾਟਕਾ ਤੋਂ ਇੱਥੇ, ਇੱਥੋਂ ਬੰਗਲੌਰ ਤੇ ਬੰਗਲੌਰ ਤੋਂ ਇੱਥੇ, ਇੱਥੋਂ ਗੁਜਰਾਤ ਤੋਂ ਇੱਥੇ। ਹਿਸਾਬ ਦੇਣਾ ਪੈਣਾ। ਜਿਹੜੇ ਤੁਸੀਂ ਫੁੱਲ ਸੁੱਟਦੇ ਹੋ ਆਪਣੀ ਰੈਲੀਆਂ ਦੇ ਉੱਤੇ, ਲੱਖਾਂ ਰੁਪਏ ਦਾ ਹਿਸਾਬ ਦੇਣਾ ਪੈਣਾ। ਜਿਹੜਾ ਤੁਸੀਂ ਬੱਸ ਚਲਾਉਣ ਵੇਲੇ ਰੋਟੀਆਂ ਖਾਂਦੇ ਜੇ ਖਰਚਾ ਦਿੰਦੇ ਉਹਦਾ ਹਿਸਾਬ ਦੇਣਾ ਪੈਣਾ। ਅੱਜ ਗੌਰਵ ਨਹੀਂ ਸੰਧੂ ਸਾਹਿਬ, ਮੈਂ ਉਹੀ ਰਿਕੁਐਸਟ ਕਰ ਰਿਹਾ, ਜਿਹੜੀ ਵੱਖ-ਵੱਖ ਮੁੱਦਿਆਂ ਉੱਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਟਾਈਮ ਤੇ ਆਪਾਂ ਡਿਬੇਟ ਕਰ ਚੁੱਕੇ ਹਾਂ ਇਸ ਦੇ ਉੱਤੇ। ਮੈਂ ਇਸ ਕਰਕੇ ਕਹਿੰਦਾ ਕਿ ਆਪਾਂ ਟੌਪਿਕ ਦੇ ਉੱਤੇ ਰਹੀਏ। ਤੁਸੀਂ ਪੁਆਇੰਟ ਚੁੱਕਿਆ ਕਿ ਆਪਾਂ ਇਸ ਦੇ ਉੱਤੇ ਡਿਬੇਟ ਰੱਖ ਲਈ। ਗੱਲ ਇਹ ਹੈ ਕਿ ਹੁਣ ਤੁਹਾਨੂੰ ਜਿਹੜੀ ਆ ਕਾਂਗਰਸ ਨੂੰ ਵਧੀਆ ਲੱਗ ਰਹੀ ਆ, ਅਸੀਂ ਉਸ ਦੇ ਉੱਪਰ ਡਿਬੇਟ ਨਹੀਂ, ਅਸਤਾ ਜੋ ਲੋਕਾਂ ਦਾ ਮੁੱਦਾ ਉਹ ਚੁੱਕਾਂਗੇ, ਉਹ ਚਾਹੇ 55 ਲੱਖ ਦਾ ਮੁੱਦਾ ਹੋਵੇ, ਉਹ ਚਾਹੇ ਅੰਮ੍ਰਿਤਪਾਲ ਦਾ ਮੁੱਦਾ ਹੋਵੇ, ਉਸ ਦੇ ਉੱਪਰ ਡਿਬੇਟ ਹੋਏਗੀ। ਆਪਾਂ ਉਸੇ ਤਰੀਕੇ ਨਾਲ ਰੋਜ਼ਾਨਾ ਡਿਬੇਟ ਕਰਦੇ ਹਾਂ। ਜੀ ਮੈਂ ਉੱਤੇ ਆਣਾ, ਮੈਂ ਮੁਖਤਾਰ ਅੰਸਾਰੀ ਤੇ ਅੱਜ ਨਾ ਲਓ, ਤੁਸੀਂ ਦੱਸੋ ਸਾਰੇ ਵੀ ਅਸੀਂ ਕੋ ਮੁਖਤਾਰ ਅੰਸਾਰੀ ਦੀ ਲਾਈਵ ਇੰਟਰਵਿਊ ਤੇ ਨਹੀਂ ਨਾ ਕਰਾਤੀ ਜੇਲ੍ਹ ਚੋਂ? ਕੋਈ ਮੁਖਤਾਰ ਅੰਸਾਰੀ ਨੇ ਆਪ ਲਾਈਵ ਹੋ ਕੇ ਕੋਈ ਗੈਂਗਸਟਰਾਂ ਨਾਲ ਵੀਡੀਓ ਤੇ ਨਹੀਂ ਬਣਾ ਲਈ? ਮੈਨੂੰ ਮਾੜਾ ਜਿਹਾ ਦੱਸਣ ਨਾ। ਠੀਕ ਹੈ, ਚਲੋ ਮੈਂ ਜਵਾਬ ਲੈ ਲੈਣਾ। ਮੈਂ ਪਲੀਜ਼ ਮੈਨੂੰ ਟਾਈਮ ਘੱਟ ਦੇ ਪਲੀਜ਼। ਕੋਈ ਸਤਿੰਦਰ ਜੈਨ ਵਾਂਗੂ ਮਾਲਸ਼ੀਆ ਰੱਖ ਕੇ ਮਾਲਿਸ਼ ਕਰਾਉਣ ਦੀ ਵੀਡੀਓ ਆਊਟ ਤਾਂ ਨਹੀਂ ਨਾ ਹੋਗੀ? ਕੋਈ ਵੱਖਰਾ ਬੋਤਲ ਬੰਦ ਪਾਣੀ ਰੱਖ ਕੇ ਮਾਲਸ਼ੀਆ ਰੱਖ ਕੇ ਵੀਡੀਓ ਅਸੀਂ ਕੀਤੀ ਆਊਟ? ਅਸੀਂ ਥੋੜੀ ਕੀਤੀ। ਤੁਹਾਡੀ ਸਰਕਾਰ ਹੈ, ਦਿੱਲੀ 'ਚ ਤੁਸੀਂ ਰਹਿੰਦੇ, ਸਾਨੂੰ ਦੱਸੋ ਤੇ ਸਹੀ। ਸਾਡੇ ਤੇ ਸਿੱਧੂ ਸਾਹਿਬ ਸਾਲ ਦੀ ਜੇਲ੍ਹ ਕੱਟ ਕੇ ਕਹਿਰ ਕੋ ਵੀ ਦਾ VIP ਟ੍ਰੀਟਮੈਂਟ ਦਿੱਤਾ, ਕਿਸੇ ਤੇ ਇਲਜ਼ਾਮ ਨਾਲ ਕਰਨ ਜੀ ਬੜੇ ਸੌਖੇ ਆ। ਅੱਜ ਇਹਨਾਂ ਨੇ ਲਾ ਦੇ ਦਿੱਤਾ। ਮੈਂ ਤੁਹਾਨੂੰ ਪਹਿਲਾਂ ਕਿਹਾ ਇਟਸ ਅ ਪੋਲੀਟੀਕਲ ਸਟੰਟ, ਇਸ ਤੋਂ ਇਲਾਵਾ ਕੁਝ ਨਹੀਂ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਸਰ, ਜਵਾਬ ਲੈ ਲਈਏ। ਦੇਖੋ ਮੈਂ ਬਹੁਤ ਕਲੀਅਰ ਕਹਿ ਰਿਹਾ, ਮੈਂ ਪਾਸੀ ਸਾਹਿਬ ਨੂੰ ਵੀ ਕਹਾਂਗਾ ਕਿ ਨਾ ਤਾਂ ਮੁਖਤਾਰ ਅੰਸਾਰੀ ਦੀ ਪੈਰਵੀ ਕਰਨ ਦੀ ਵਜ੍ਹਾ ਦੇ ਨਾਲ ਜਸਟੀਫਾਈ ਉਹਨੂੰ ਕੀਤਾ ਜਾ ਸਕਦਾ ਹੈ ਜੇ ਮੌਜੂਦਾ ਸਮੇਂ ਦੇ ਵਿੱਚ ਕੋਈ ਇੰਟਰਵਿਊ ਜੇਲ੍ਹ ਤੋਂ ਹੋਈ ਹੈ, ਕਿਹੜੀ ਜੇਲ੍ਹ ਤੋਂ ਹੋਈ ਹੈ ਵੀ ਨਹੀਂ ਪਤਾ, ਨਾ ਮੌਜੂਦਾ ਸਮੇਂ ਦੇ ਵਿੱਚ ਜੇ ਜੇਲ੍ਹ ਤੋਂ ਇੰਟਰਵਿਊ ਹੋਈ ਆ ਪੁਰਾਣਾ ਮਾਮਲਾ ਰੱਖ ਕੇ ਉਸ ਨੂੰ ਜਸਟੀਫਾਈ ਕੀਤਾ ਜਾ ਸਕਦਾ। ਦੋਵੇਂ ਵੱਖੋ ਵੱਖਰੇ ਮਾਮਲੇ ਨੇ। ਪਾਸੀ ਸਾਹਿਬ, ਪੋਲੀਟੀਕਲ ਸਟੰਟ ਹੈ ਤੁਹਾਡਾ, ਜਲੰਧਰ ਇਲੈਕਸ਼ਨ ਤੁਹਾਡੇ ਜ਼ਿਹਨ ਦੇ ਵਿੱਚ ਹੈ, ਇਸ ਕਰਕੇ ਸਾਰੇ ਪੌਪ ਅਪ ਕਰ ਰਹੇ ਹੋ ਤੁਸੀਂ ਕਿ ਮੁਖਤਾਰ ਅੰਸਾਰੀ ਤੇ 55 ਲੱਖ ਖਰਚ ਦਿੱਤਾ, ਉਸ ਨੂੰ VIP ਟ੍ਰੀਟਮੈਂਟ ਦਿੱਤਾ, ਕਹਿੰਦੇ 15 ਮਹੀਨੇ ਬਾਅਦ ਤੁਹਾਨੂੰ ਯਾਦ ਆ ਗਿਆ। ਦੇਖੋ ਇਹ ਹੋਰ ਕੀ ਕਹਿਣਗੇ ਵਿਚਾਰੇ, ਤਿੰਨਾਂ ਪਾਰਟੀਆਂ ਦੀ ਹਾਲਤ ਇਹ ਹੋਈ ਪਈ ਆ, ਨਾ ਨਿਗਲੇ ਬਣੇ ਨਾ ਉਗਲੇ ਬਣੇ। ਔਰ ਜਿਹੜੀ ਮੈਂ ਸਭ ਤੋਂ ਪਹਿਲਾਂ ਟਾਂਡਾ ਜੀ ਤੋਂ ਸ਼ੁਰੂ ਕਰ ਲੈਣਾ, ਜਿਹੜਾ ਇਹ ਕਹਿ ਕੇ ਗਏ ਸੀ ਛੱਜਤਾ ਬੋਲੇ ਛਲਨੀ ਵੀ ਬੋਲੇ, ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਅਕਾਲੀ ਦਲ ਤੇ ਲਾਗੂ ਹੁੰਦੀ ਹੈ। 5 ਸਾਲ ਪਹਿਲਾਂ 2018 ਦੇ ਵਿੱਚ ਸੰਧੂ ਸਾਹਿਬ ਟਾਈਮ ਪੂਰਾ ਦਵਾਂਗਾ, ਬੇਫਿਕਰ ਕਰੋ। ਸੰਧੂ ਸਾਹਿਬ ਇੱਕ ਇੱਕ ਕਰਕੇ ਬੋਲਦੇ ਰਹੀਏ, ਲੋਕਾਂ ਤੱਕ ਗੱਲ ਪਹੁੰਚੇਗੀ। ਇੰਨਾ ਝੂਠ ਬੋਲੇ, ਰਿਕੁਐਸਟ ਕਰ ਰਹੇ ਹਾਂ। ਮੈਂ ਕਿਹਾ ਰਿਕੁਐਸਟ ਮੈਂ ਤੁਸੀਂ ਕਰਪਸ਼ਨ ਦੀ ਆਦਤ ਛੱਡ ਦਿਓ। ਨਹੀਂ ਪਾਸੀ ਸਾਹਿਬ, ਇੱਕ ਸੈਕਿੰਡ ਪਾਸੀ ਸਾਹਿਬ, ਰਿਕੁਐਸਟ ਹੈ ਸੰਧੂ ਜੀ, ਪਲੀਜ਼ ਰਿਕੁਐਸਟ ਹੈ ਮੇਰੀ ਸਾਰਿਆਂ ਨੂੰ, ਸਿਰਫ ਤੁਹਾਨੂੰ ਨਹੀਂ। ਵਿਚਾਰ ਸਾਡੇ ਵਾਸਤੇ ਕਿਉਂ ਵਰਤਦੇ ਨੇ, ਅਸੀਂ ਕਿਉਂ ਵਿਚਾਰੇ? ਠੀਕ ਹੈ, ਤੁਸੀਂ 10 ਸੈਕਿੰਡ 20 ਸੈਕਿੰਡ ਲਓ, ਆਪਣੀ ਗੱਲ ਰੱਖੋ, ਮੈਂ ਉਸ ਤੋਂ ਬਾਅਦ ਪਾਸੀ ਜੀ ਕੋਲ ਆਣਾ। ਮੈਂ ਇੱਕ 2 ਸਕਿੰਟ ਲੈਣਾ। ਵਿਚਾਰ ਸ਼ਬਦ ਸਾਡੇ ਵਾਸਤੇ ਕਿਉਂ ਵਰਤਿਆ, ਮੈਨੂੰ ਦੱਸਣ ਮਾੜਾ ਜਿਹਾ। ਤੁਸੀਂ ਆਪਣਾ ਸਵਾਲ ਰਿਪੀਟ ਕਰ ਸਕਦੇ ਹੋ? ਮੈਂ ਕਿਹਾ ਵਿਚਾਰਾ ਸ਼ਬਦ ਵਿਚਾਰੇ, ਅਸੀਂ ਕਿਉਂ ਵਿਚਾਰੇ ਬਈ, ਕਿਸ ਕਰਕੇ ਵਿਚਾਰੇ? ਮੈਂ ਹੁਣੇ ਦੱਸਦਾ, ਐਕਸਪਲੇਨ। ਠੀਕ ਹੈ ਐਕਸਪਲੇਨ ਮੈਂ ਰਿਕੁਐਸਟ ਕਰੂੰਗਾ। ਹੁਣ ਤੁਸੀਂ ਇੱਕ ਵਾਰੀ ਸੁਣ ਲਿਓ ਸਾਰੇ ਪਾਸੀ, ਇਹ ਰਿਕੁਐਸਟ ਇਹ ਵੀ ਹੈ ਕਿ ਸ਼ਬਦਾਂ ਦਾ ਆਪਾਂ ਜ਼ਰੂਰ ਧਿਆਨ ਰੱਖੀਏ। ਇਹ ਸ਼ਬਦ ਮੈਂ ਕੋਈ ਗਲਤ ਨਹੀਂ ਕਿਹਾ। ਠੀਕ ਹੈ, ਤੁਹਾਨੂੰ ਲੱਗਦਾ ਤੁਸੀਂ ਆਪਣਾ ਅੰਸਾਰੀ ਮੁੱਦੇ ਤੇ ਨਾ ਜੀ ਹਾਲਤ ਇਹ ਹੋਈ ਪਈ ਹੈ ਕਿ ਜਿਸ ਪਾਰਟੀ ਨੂੰ ਸਾਡੇ ਸੰਧੂ ਸਾਹਿਬ ਰਿਪਰੈਜ਼ੈਂਟ ਕਰ ਰਹੇ ਆ, ਉਸ ਜੇਲ੍ਹ ਮੰਤਰੀ ਉਸ ਪਾਰਟੀ 'ਚ ਬੈਠੇ ਆ, ਤੇ ਜਿਹੜੀ ਪਾਰਟੀ ਨੂੰ ਸਰੀਨ ਸਾਹਿਬ ਰਿਪਰੈਜ਼ੈਂਟ ਕਰ ਰਹੇ ਆ, ਉਸ ਟਾਈਮ ਦੇ ਮੁੱਖ ਮੰਤਰੀ ਔਰ ਉਸ ਟਾਈਮ ਦੇ ਇੱਕ ਮਿਨਿਸਟਰ ਜਿਨ੍ਹਾਂ ਦੇ ਬੇਟਿਆਂ ਦੇ ਨਾਲ ਟਾਂਡਾ ਸਾਹਿਬ ਨੇ ਕਲੀਅਰ ਕਰਿਆ ਇਹਨਾਂ ਦੇ ਰਿਲੇਸ਼ਨ ਸੀਗੇ, ਉਹ ਉਹਨਾਂ ਦੀ ਪਾਰਟੀ 'ਚ ਬੈਠੇ ਆ। ਔਰ ਜਿਹੜੇ ਬੰਦੇ ਨੂੰ ਮੁਖਤਾਰ ਅੰਸਾਰੀ ਨੂੰ ਯੂਪੀ ਦੇ ਵਿੱਚ ਖਤਰਾ ਸੀ ਜਨਵਰੀ 2019 ਤੱਕ, ਉਹ ਜਦੋਂ ਕੈਪਟਨ ਸਾਹਿਬ ਔਰ ਉਹ ਮੰਤਰੀ ਜੀ BJP 'ਚ ਚਲੇ ਗਏ 2019-21 ਤੋਂ ਲੈ ਕੇ ਅੱਜ ਤੱਕ ਉਹਨੂੰ ਕੋਈ ਖਤਰਾ ਨਹੀਂ ਹੈ। ਉਹ ਕੀ ਪਰਦੇ ਦੇ ਪਿੱਛੇ ਖੇਲ ਹੈ। ਔਰ ਤੀਸਰੀ ਚੀਜ਼, ਅੱਜ BJP ਦੀ ਹਾਲਤ ਇਹ ਹੋਈ ਪਈ ਹੈ ਕਿ ਮੁਖਤਾਰ ਅੰਸਾਰੀ ਤੇ BJP ਦੇ MLA ਕ੍ਰਿਸ਼ਨਾਨੰਦ ਦੇ ਕਤਲ ਦਾ ਇਲਜ਼ਾਮ ਲੱਗਿਆ ਸੀ। ਮੁਖਤਾਰ ਅੰਸਾਰੀ ਤੇ ਇਹਨਾਂ ਦੀ ਜਿਹੜੀ ਵਿਕਾਸ ਪ੍ਰੀਸ਼ਦ ਹੈ ਉਹਦੇ ਇੱਕ ਬੰਦੇ ਦੇ ਰੁੰਗਟਾ ਦੇ ਕਤਲ ਦਾ ਇਲਜ਼ਾਮ ਲੱਗਿਆ ਸੀ। ਇੱਕ ਜੇਲ੍ਹ ਸੁਪਰਡੈਂਟ ਦੇ ਉੱਤੇ ਹਮਲੇ ਦਾ ਇਲਜ਼ਾਮ ਲੱਗਿਆ ਸੀ। ਔਰ ਅੱਜ BJP ਦੀ ਇਹ ਹਾਲਤ ਹੋਈ ਪਈ ਹੈ ਕਿਉਂਕਿ ਪੰਜਾਬ BJP ਕੈਪਟਨ ਅਮਰਿੰਦਰ ਸਿੰਘ ਦੀ ਠੀਕ ਹੈ ਪਾਸੀ ਸਾਹਿਬ, ਤੁਹਾਡੇ ਵਿਰੋਧੀ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਨੂੰ ਇਲੈਕਸ਼ਨ 'ਚ ਸਭ ਕੁਝ ਯਾਦ ਕਿਉਂ ਆ ਰਿਹਾ ਹੈ। ਇਹਦਾ ਜਵਾਬ ਮੈਂ ਤੁਹਾਨੂੰ ਦੱਸਣਾ। ਇਹ ਸਿਰਫ ਇੱਕ ਸਟੰਟ ਕਹਿ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਆ। ਕੱਲ ਜਾਂਚ ਰਿਪੋਰਟ CM ਸਾਹਿਬ ਕੋਲੇ ਪਹੁੰਚੀ ਹੈ ਤੇ ਅੱਜ ਉਹਨਾਂ ਨੇ ਗੱਲ ਕਰਤੀ। ਕੱਲ ਜਾਂਚ ਰਿਪੋਰਟ ਮੁਖਤਾਰ ਅੰਸਾਰੀ ਵਾਲੀ, ਹਾਂਜੀ ਹਾਂ, ਨਹੀਂ ਫਿਰ ਉਹਦੇ ਉੱਪਰ ਵੀ ਸਵਾਲ ਚੁੱਕਣਗੇ ਕਿ ਦੇਖੋ ਇਲੈਕਸ਼ਨ ਦਾ ਸਮਾਂ ਸੀ, ਜਾਂਚ ਰਿਪੋਰਟ ਵੀ ਹੁਣੇ ਆ ਗਈ, ਇਹ 10 ਮਈ ਤੋਂ ਬਾਅਦ ਵੀ ਆ ਸਕਦੀ ਹੈ। ਨਹੀਂ ਇੱਕ ਚੀਜ਼ ਦੱਸੋ,
क्या मुख्तार अंसारी कोई साधु संत है कि इलेक्शन तो बाद तक ਉਹਦੀ ਰਿਪੋਰਟ ਨੂੰ ਦਬਾ ਕੇ ਰੱਖਿਆ ਜਾਏ? ਜਦੋਂ ਕੱਲ ਰਿਪੋਰਟ ਸਯਮ ਸਾਹਿਬ ਕੋਲੇ ਪਹੁੰਚੀ, ਅੱਜ ਉਹਨਾਂ ਨੇ ਦੱਸਤਾ। ਔਰ ਤੀਸਰੀ ਚੀਜ਼, ਮੁਖਤਾਰ ਅੰਸਾਰੀ ਦਾ ਜਿਹੜਾ ਪੰਜਾਬ ਦੇ ਵਿੱਚ ਕੇਸ FIR ਦਰਜ ਕੀਤੀ ਸੀ, ਜੇਲ੍ਹ ਮੰਤਰੀ ਨੇ ਕਲੀਅਰ ਕਰਤਾ ਸੀ ਸਾਡੇ ਨੇ। ਕਹਿੰਦੇ ਤੁਸੀਂ ਚਾਰਜ ਸ਼ੀਟ ਨਹੀਂ ਕੀਤੀ ਉਹਦੇ ਵਿੱਚ। ਸਰ ਚਾਰਜ ਸ਼ੀਟ ਤਾਂ ਜੇਲ੍ਹ ਮੰਤਰੀ ਨੇ ਦੱਸਤਾ ਦਿੱਤਾ ਸੀ ਕਿ FIR ਜਿਹੜੀ ਹੈ ਉਹ ਮਿਲੀ ਭੁਗਤ ਨਾਲ ਕਰਾਈ ਗਈ ਸੀ, ਉਹਨੂੰ ਇੱਥੇ ਲਿਆਉਣ ਲਈ। ਤੇ ਚਾਰਜ ਸ਼ੀਟ ਕਿੱਥੋਂ ਹੋ ਜਾਏਗੀ ਜਦੋਂ ਕੰਪਲੇਨੈਂਟ ਹੀ ਸਪੋਰਟ ਨਹੀਂ ਕਰਦਾ? ਪਰਚਾ ਖਤਮ ਹੋ ਗਿਆ। ਨਹੀਂ, ਮੈਂ ਤੁਹਾਨੂੰ ਦੱਸ ਰਿਹਾ ਉਸ ਤੇ ਵੀ ਇਨਕੁਆਇਰੀ ਚੱਲ ਰਹੀ ਹੈ, ਉਹ ਵੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚੇਗੀ। ਮੇਰਾ ਇੱਕ ਸਵਾਲ ਹੈ ਸਾਰਿਆਂ ਨੂੰ ਕਿ ਸਟੇਟਸਮੈਨ ਦੇ ਵਿੱਚ 2018 ਦੇ ਵਿੱਚ ਇੱਕ ਖਬਰ ਛਪੀ ਸੀ ਕਿ ਕਾਂਗਰਸ ਔਰ ਅਕਾਲੀ ਦਲ ਦੇ ਲੀਡਰਾਂ ਦੇ ਕਈਆਂ ਦੇ ਸੰਬੰਧ ਗੈਂਗਸਟਰਸ ਦੇ ਨਾਲ ਹੈ। ਔਰ ਇਸ ਗੱਲ ਦੀ ਜਿਹੜੀ ਹੈ ਤਾਈਦ ਲੱਖਾ ਸਿਧਾਣਾ ਨੇ ਕੀਤੀ ਸੀ ਕਿ ਅਕਾਲੀ ਦਲ ਦੇ ਇੱਕ ਮਿਨਿਸਟਰ ਉਹਨੂੰ ਯੂਜ਼ ਕਰਦੇ ਰਹੇ ਹੈ। ਔਰ ਇਸ ਕਰਕੇ ਮੈਂ ਕਹਿੰਦਾ ਕਿ ਛੱਜ ਤਾਂ ਬੋਲੇ, ਛਲ ਨਹੀਂ ਬੋਲਣੇ, ਅਕਾਲੀ ਦਲ ਤੇ ਲਾਗੂ ਹੁੰਦਾ। ਔਰ ਚੌਥੀ ਚੀਜ਼, ਮੁਖਤਾਰ ਅੰਸਾਰੀ ਦਾ ਜਿਹੜਾ ਪੰਜਾਬ ਦੇ ਵਿੱਚ ਕੇਸ ਚੱਲ ਰਿਹਾ ਸੀ, ਕੀ ਉਹ ਲਾਸਟ ਸਟੇਜ ਤੇ ਸੀ? ਕੀ ਉਹ ਆਰਗੂਮੈਂਟਸ ਜਾਂ ਆਰਡਰ ਦੀ ਸਟੇਜ ਤੇ ਸੀ? ਜਿਹੜਾ ਤੁਸੀਂ ਸੁਪਰੀਮ ਕੋਰਟ ਆਪਣੇ ਡਿਪਟੀ ਐਡਵੋਕੇਟ ਜਨਰਲ ਜਾਂ ਐਡਵੋਕੇਟ ਜਨਰਲ ਨੂੰ ਨਾ ਭੇਜ ਕੇ ਤੁਸੀਂ ਇੱਕ ਪ੍ਰਾਈਵੇਟ ਸੀਨੀਅਰ ਵਕੀਲ ਕਰਦੇ ਹੋ? ਦੇਖੋ ਪਾਸੀ ਸਾਹਿਬ, ਠੀਕ ਹੈ ਪਾਸੀ ਸਾਹਿਬ, ਮੈਨੂੰ ਲੱਗਦਾ ਹੈ ਕਿ ਰੋਜ਼ ਡਿਬੇਟ ਕਰ ਕਰਕੇ ਮੈਨੂੰ ਇਹ ਵੀ ਪਤਾ ਹੁੰਦਾ ਕਿ ਦੂਜੀ ਪਾਰਟੀ ਹੁਣ ਰਿਐਕਸ਼ਨ ਕੀ ਦੇਗੀ। ਟਾਂਡਾ ਸਾਹਿਬ ਇਹੀ ਬੋਲਣਗੇ ਕਿ ਜੇ ਤੁਹਾਨੂੰ ਲੱਗਦਾ ਕਿ ਸੰਬੰਧ ਸੀ ਜਾਂ ਤੁਸੀਂ ਕਿਸੇ ਇੱਕ ਖਬਰ ਦਾ ਜ਼ਿਕਰ ਕਰ ਰਹੇ ਹੋ ਤਾਂ 15 ਮਹੀਨੇ ਹੋ ਗਏ, ਕਾਰਵਾਈ ਕਰੋ। ਕੌਣ ਹੈ ਅਕਾਲੀ, ਕਿਹੜਾ ਕਾਂਗਰਸੀ ਜਾਂ ਕਿਹੜਾ BJP ਦਾ ਲੀਡਰ ਹੈ ਜਿਹਦੇ ਗੈਂਗਸਟਰਾਂ ਦੇ ਨਾਲ ਸੰਬੰਧ ਸੀ, ਕਰੋ ਅੰਦਰ। ਉਹ ਇਹੀ ਕਹਿਣਗੇ ਤੁਹਾਨੂੰ। ਦੇਖੋ ਬਿਲਕੁਲ ਕਾਰਵਾਈ ਹੋਏਗੀ, ਇੱਕ ਪਰਤ ਖੁੱਲ ਰਹੀ ਹੈ, ਇਹ ਮਾਨ ਸਾਹਿਬ ਨੇ ਅੱਜ ਕਲੀਅਰ ਕਰਤਾ। ਔਰ ਕੱਲ ਰਿਪੋਰਟ ਆਈ ਹੈ, ਅੱਜ ਉਹਨਾਂ ਨੇ ਦੱਸਤਾ ਵੀ ਐਕਸ਼ਨ ਸ਼ੁਰੂ ਹੋ ਗਿਆ। ਟਾਂਡਾ ਸਾਹਿਬ, ਮੈਂ ਸਰੀਨ ਸਾਹਿਬ ਤੁਹਾਡੇ ਕੋਲ ਆਉਂਗਾ। ਟਾਂਡਾ ਸਾਹਿਬ ਸਰ ਮੈਂ ਬਿਲਕੁਲ ਨਹੀਂ ਕਹੂੰਗਾ ਇਹਨਾਂ ਨੂੰ, ਕਿਉਂਕਿ ਇਸ ਕਿਸਮ ਦੀ ਅਖਬਾਰ ਨੂੰ ਕੋਟ ਕਰਨ ਵਾਲੇ ਉਹ ਕਹਿੰਦੇ ਹੁੰਦੇ ਆ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ। ਜਿਹੜਾ ਦਾ ਮੁੱਖ ਮੰਤਰੀ ਨੂੰ ਬਚਾਉਣ 92 ਹੀਰੇ ਜਾਂਦੇ ਆ, ਇਹਦੀ ਇਨਕੁਆਇਰੀ CBI ਚ ਕਿਉਂ ਹੈ? ਅੱਜ ਵਾਸਤੇ ਆਪਣੇ ਆਪ ਨੂੰ ਛਾਣ ਨਹੀਂ ਦੱਸਦੇ। 2 ਮੰਤਰੀ ਤੁਹਾਡੇ ਅੰਦਰ ਬੈਠੇ ਆ, ਤੁਸੀਂ ਫੇਰ ਛਾਣ ਨਹੀਂ ਦੱਸਦੇ ਹੋ। ਤੁਸੀਂ ਪੰਜਾਬ ਦੇ ਐਕਸਚੈਕਰ ਨੂੰ ਲੁੱਟ ਨੇ ਬੁਰਾ ਹਾਲ ਕਰਤਾ। ਇਹ ਵੀ ਰਿਪੋਰਟ ਦੇ ਦਿਓ ਕਿ ਕਿੰਨੇ ਇਸ਼ਤਿਹਾਰ ਪੰਜਾਬ ਤੋਂ ਬਾਹਰ ਲਾਏ ਹੈ। ਰੱਬ ਦੇ ਵਾਸਤੇ ਵੀ ਦੱਸ ਦਿਓ ਕਿੰਨਾ ਲੁੱਟਿਆ ਪੰਜਾਬ ਨੂੰ ਤੁਸੀਂ। ਪੰਜਾਬ ਦੀ ਐਕਸਾਈਜ਼ ਪਾਲਿਸੀ ਚ ਕਿੰਨੇ 100 ਕਰੋੜ ਤੇ 1000 ਕਰੋੜ ਖਾਤੇ, ਉਹਦੇ ਵੀ ਹਿਸਾਬ ਦੇ ਦਿਓ। ਡਕਾਰ ਲਓ ਉਹਨੂੰ ਵੀ, ਐਵੇਂ ਦੂਜੇ ਤੇ ਇਲਜ਼ਾਮ ਲਾਣਾ ਉਹਨੂੰ ਛੱਡ ਦਿਓ। ਹੁਣ ਨਾ ਸੈਬਨ ਆਪਣੇ ਬਾਰੇ ਦੱਸਿਓ। ਹੁਣ ਇਲੈਕਸ਼ਨ ਚ ਜਾਓ, ਛਾਤੀ ਤਾਣ ਕੇ ਕਹੋ ਕਿ ਜੇ ਸਾਲ ਪਰ ਚੰਗਾ ਕੰਮ ਕੀਤਾ ਤਾਂ ਵੋਟ ਪਾਓ, ਨਹੀਂ ਤਾਂ ਬਿਲਕੁਲ ਨਾ ਪਾਈਓ। ਜੇ ਹੈ ਪਿਓ ਦੇ ਪੁੱਤ ਤਾਂ ਕਰਿਓ। ਆ ਛੋਟੀਆਂ ਚਰਿੱਤਰੀਆਂ ਕਰਨੀਆਂ ਬੰਦ ਕਰ ਦਿਓ। ਟਾਂਡਾ ਸਾਹਿਬ ਤੁਸੀਂ ਅੰਦਾਜ਼ੇ ਔਰ ਗੁੰਮਰਾਹਕੁਨ ਗੱਲਾਂ ਕਰ ਰਹੇ ਹੋ ਔਰ ਵਰਡ ਗਲਤ ਯੂਜ਼ ਕਰ ਰਹੇ ਹੋ ਤੁਸੀਂ। ਮੈਂ ਰਿਕੁਐਸਟ ਕਰੂੰਗਾ ਕਿ ਆਪਾਂ ਉਹ ਭਾਸ਼ਾ ਨਹੀਂ, ਠੀਕ ਹੈ ਪਾਸੀ ਸਾਹਿਬ, ਮੈਂ ਰਿਕੁਐਸਟ ਕਰ ਰਿਹਾ, ਕੋਈ ਗੱਲ ਨਹੀਂ। ਟਾਂਡਾ ਜੀ ਤੁਸੀਂ ਬਹੁਤ ਸੀਨੀਅਰ ਹੋ, ਚੀਜ਼ਾਂ ਨੂੰ ਸਮਝਦੇ ਹੋ। ਬੇਸਿਕਲੀ ਗੱਲ ਇਹ ਹੈ ਕਿ ਬਹੁਤ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਵੀ ਸ਼ਾਇਦ ਇਸ ਸਮੇਂ ਡਿਬੇਟ ਦੇਖ ਰਹੇ ਹੋਣ, ਤਾਂ ਉਹਨਾਂ ਤੱਕ ਵੀ ਕੋਈ ਗਲਤ ਮੈਸੇਜ ਨਾ ਪਹੁੰਚੇ। ਇਸ ਕਰਕੇ ਸਾਡੀ ਸ਼ਬਦਾਵਲੀ ਤਾਂ ਬਹੁਤ ਇੱਕ ਸੋਫਿਸਟੀਕੇਟਡ ਤਾਂ ਹੋਣੀ ਚਾਹੀਦੀ ਹੈ। ਤੁਸੀਂ ਸ਼ਾਇਦ ਸਹਿਮਤ ਹੋਵੋਗੇ। ਹਰ ਵਾਰ ਜਿਹਨੂੰ ਚੋਰ ਦੱਸਦਾ ਤਾਂ ਠੇਕਾ ਲਿਆ ਹੋਇਆ ਆਮ ਆਦਮੀ ਪਾਰਟੀ ਨੇ। ਆਮ ਆਦਮੀ ਪਾਰਟੀ ਆਪਣੇ ਅਕਸ ਬਾਰੇ ਦੱਸੇ ਕੀ ਇਹਨਾਂ ਦਾ ਅਕਸ ਹੈ। ठीक है, चलो जवाब ले लो सरीन साहब, मैं तो राजे पासी बहुत छोटा जवाब रखो, फिर समय खत्म हो रहा अपने। देखो साडा 20% मैं टांडा साहब आ रहे हैं ਤੁਹਾਡੇ ਕੋਲ, ਥੋੜਾ वेट करो प्लीज। ਸਾਡਾ 1 ਸਾਲ ਨਿਕਲਿਆ, 4 ਸਾਲ ਪਏ ਆ, 20% ਸਮਾਂ। ਔਰ 2027 ਦੇ ਇਲੈਕਸ਼ਨ ਚ ਆਮ ਆਦਮੀ ਪਾਰਟੀ ਇਹੀ ਕਹੇਗੀ ਲੋਕਾਂ ਨੂੰ ਜਾ ਕੇ ਕਿ ਜੇ ਅਸੀਂ ਕੰਮ ਕੀਤਾ ਵੋਟ ਪਾਇਓ, ਅਸੀਂ ਵੋਟ ਮੰਗਣ ਨਹੀਂ ਆ ਰਹੇ। ਇਹ 2027 ਚ ਹੋਏਗਾ। ਔਰ ਟਾਂਡਾ ਸਾਹਿਬ ਤੁਹਾਡੀ ਤਰ੍ਹਾਂ ਅੰਦਾਜ਼ੇ ਨਹੀਂ, ਤੁਸੀਂ ਤਾਂ ਹੁਣ ਵੀ ਅੰਦਾਜ਼ਾ ਲਾ ਰਹੇ। ਚੈੱਕ ਦੇ ਦਿੱਤਾ ਹੋਣਾ ਮਤਲਬ ਕਿਆ? ਲੋਕਾਂ ਨੂੰ ਗੁੰਮਰਾਹ ਕਰਨ ਦਾ ਤੁਸੀਂ ਠੇਕਾ ਲਿਆ। ਤੁਸੀਂ ਅੱਜ ਕਹਿ ਰਹੇ ਹੋ ਕਿ ਚੈੱਕ ਦੇ ਦਿੱਤਾ ਹੋਣਾ ਵਕੀਲ ਨੂੰ। ਕਿੰਨੀ ਬੜੀ ਗੁੰਮਰਾਹਕੁਨ ਗੱਲ ਕਰ ਰਹੇ ਹੋ ਤੁਸੀਂ। ਠੀਕ ਹੈ ਟਾਂਡਾ ਸਾਹਿਬ, ਥੋੜਾ ਜਿਹਾ ਰਿਐਕਸ਼ਨ ਮੈਂ ਸਰੀਨ ਸਾਹਿਬ ਦਾ ਰੁਕ ਕਰਨਾ। ਟਾਂਡਾ ਜੀ ਟਾਂਡਾ ਜੀ थोड़ा नेटवर्क इश्यू लग रहा है। सलीम साहब कुछ कहना चाह रहे हो? क्लियर नाउ पोजीशन मोड चो बात। सलीम साहब। गौरव जी, पासी साहब मेरी बेनती है कि मैं तुहाडे च इंटरप्ट नहीं कीता ते तुसीं, मैं उम्मीद करदा कि विच इंटरप्ट नहीं करोगे और गल नूं आराम नाल सुनोगे और ओहदा जवाब आराम नाल देंगे। आपां एक दूसरे दा आपां डिबेट च बैठे आ। पासी साहब मेरी एक चीज़ दसो, तुहाडे कोलों दिल्ली दी एडवरटाइजमेंट दा ਕਰੋੜਾਂ ਰੁਪਈਆ LG ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੋਲੀਟੀਕਲ ਇਸ਼ਤਿਹਾਰ ਦਿੱਤੇ ਸਰਕਾਰ ਦੇ ਖਰਚੇ ਤੇ, ਤੁਸੀਂ ਉਹ ਦੇਤੇ ਹੁਣ ਤੱਕ? ਫਿਰ ਜਦੋਂ ਤੁਹਾਡੇ ਕੋਲ ਰਿਕਵਰੀ ਦਾ ਇਸ਼ੂ ਆਇਆ ਤੇ ਤੁਸੀਂ ਹਜੇ ਤੱਕ ਸਾਇਲੈਂਟ ਹੋ, ਤੇ ਇੱਥੇ 55 ਲੱਖ ਨੂੰ ਕਹਿੰਦੇ ਹੋ ਮੈਂ ਰਿਕਵਰ ਕਰ ਲਾਂਗਾ। ਔਰ ਇਹ ਰਿਕਵਰ ਨਹੀਂ ਕਰ ਸਕਦੇ। ਮੈਂ ਵੀ ਦੱਸ ਦਿਆਂ ਤੁਹਾਨੂੰ, ਲੀਗਲੀ ਆਪ ਪਾਸੀ ਸਾਹਿਬ ਵਕੀਲ ਨੇ
ਮੈਨੂੰ ਦੱਸ ਦੇਣ ਵਕੀਲ ਦੀ ਫੀਸ ਸਰਕਾਰ ਦੇ ਜਿਹੜੀ ਦੇਣੀ ਤੈਅ ਹੋਵੇ ਕਿ ਉਹ ਰਿਕਵਰ ਕਿਸੇ ਪ੍ਰਾਈਵੇਟ ਬੰਦੇ ਕੋਲੋਂ ਕੀਤੀ ਜਾ ਸਕਦੀ ਹੈ। ਇੱਕ ਪ੍ਰੋਸੀਜਰ ਹੈ ਕਿ ਸਰਕਾਰ ਦੇ ਉੱਤੇ ਬਕਾਇਦਾ ਏਜੀ ਆਫਿਸ ਤੋਂ ਅਪਰੂਵਲ ਹੋਣਾ ਕਿਹੜੇ ਵਕੀਲ ਨਹੀਂ, ਪਰ ਸਰੀਮ ਸਾਹਿਬ ਵਕੀਲ ਦੀ ਫੀਸ ਦੇਣ ਨੂੰ ਤਾਂ ਇਨਕਾਰ ਕਰ ਹੀ ਨਹੀਂ ਰਹੇ ਨਾ। ਉਹ ਕਹਿੰਦੇ ਵਕੀਲ ਦੀ ਫੀਸ ਤਾਂ ਦੇਣੀ ਓ ਪੈਣੀ ਆ। ਉਹ ਤਾਂ ਪਤਾ ਹੀ ਹੈ ਕਿ ਜਿਸ ਦੇ ਨਾਲ ਕਮਿਟਮੈਂਟ ਹੋਗੀ ਉਸ ਨੂੰ ਤਾਂ ਪੈਸੇ ਦੇਣੇ ਪੈਣੇ ਨੇ। ਇਹੀ ਕਹਿ ਰਿਹਾ। ਉਹ ਕਹਿੰਦੇ ਕਿ ਰਿਕਵਰੀ ਅਸੀਂ ਕਰਾਂਗੇ, ਪੈਸੇ ਦੇ ਦਾਂਗੇ, ਖਜ਼ਾਨੇ ਚੋਂ ਨਹੀਂ ਦੇਣੇ। ਮੈਂ ਇਹੀ ਸਰ ਅੱਜ ਉਹਨਾਂ ਨੇ ਪਹਿਲਾਂ ਕੀ ਕਿਹਾ ਕਿ ਮੈਂ ਬਾਅਦ ਵਿੱਚ ਕਿਹਾ ਕਿ ਮੈਂ ਪੈਸੇ ਮੈਨੂੰ ਦੇਣੇ ਪੈਣਗੇ। ਪਹਿਲਾਂ ਤਾਂ ਇਹ ਕਹਿੰਦਾ ਮੈਂ ਪੈਸੇ ਨਹੀਂ ਦੇਣੇ, ਮੈਂ ਫਾਈਲ ਵਾਪਸ ਕਰਤੀ। ਫਾਈਲ ਕਿਵੇਂ ਵਾਪਸ ਕਰ ਸਕਦੇ ਮੈਨੂੰ ਦੱਸੋ? ਕਿਆ ਫਾਈਲ ਵਾਪਸ ਕੀਤੀ ਜਾ ਸਕਦੀ ਹੈ ਫੀਸ ਦੇਣੀ ਹੈ ਤੇ? ਤੁਸੀਂ ਉਹਦੀ ਫੀਸ ਦਿਓਗੇ ਜੇ ਰਿਕਵਰੀ ਦੀ ਫਾਈਲ ਅਲੱਗ ਚੱਲੇਗੀ। ਦੂਸਰੀ ਚੀਜ਼, ਇੱਕ ਆਮ ਆਦਮੀ ਪਾਰਟੀ ਦਾ ਫਰੇਜ਼ ਚੱਲ ਗਿਆ ਸੀ ਇਨਕੁਆਇਰੀ ਕਰ ਰਹੇ ਆ। ਮੈਨੂੰ ਇਹ ਦੱਸ ਦੇਣ ਕਿਹੜੇ ਅੱਜ ਜਿਹੜੀ ਅੰਸਾਰੀ ਦੇ ਖਿਲਾਫ FIR ਸੀਗੀ, ਇਹਨਾਂ ਨੇ ਹੁਣੇ ਕਿਹਾ ਪਾਸੀ ਸਾਹਿਬ ਨੇ ਇਨਕੁਆਇਰੀ ਚੱਲਦੀ ਪਈ ਉਹਦੀ ਜੀ। ਕਿਆ 13 ਮਹੀਨੇ ਤੋਂ ਇਨਕੁਆਇਰੀ ਚੱਲਦੀ ਪਈ ਹੈ? ਕਿਹੜਾ ਅਫਸਰ ਇਨਕੁਆਇਰੀ ਕਰ ਰਿਹਾ ਤੁਸੀਂ ਨਾਮ ਦੱਸੋ। ਕਿਉਂ ਨਹੀਂ ਉਹਨੂੰ ਟਾਈਮ ਆਊਟ ਕੀਤਾ ਕਿ ਜਿਹੜਾ ਝੂਠਾ ਫਰਜ਼ੀ ਪਰਚਾ ਦਰਜ ਕੀਤਾ ਸੀਗਾ ਜਿਹੜੇ ਪੁਲਿਸ ਵਾਲੇ ਨੇ ਕੀਤਾ ਉਹ ਤੇ ਕਿਉਂ ਨਹੀਂ ਐਕਸ਼ਨ ਹੋਇਆ? ਉਹਨੂੰ ਕਿਹਨੇ ਕਿਹਾ ਪਰਚਾ ਦਰਜ ਕਰਨ ਵਾਸਤੇ, ਕਿਉਂ ਨਹੀਂ ਐਕਸ਼ਨ ਹੋਇਆ? ਜਿਹੜੇ ਬੰਦੇ ਨੇ ਕਿਹਾ ਕਿ ਮੈਨੂੰ ਮੋਬਾਈਲ ਤੇ ਫਰੋਤੀ ਦੀ ਕਾਲ ਆਈ ਹੈ, ਜੇ ਉਹਨੇ ਝੂਠ ਦਿੱਤਾ ਤਾਂ ਉਹਨੂੰ ਕਿਉਂ ਨਹੀਂ ਅੰਦਰ ਹੁਣ ਤੱਕ ਕੀਤਾ ਤੁਸੀਂ? ਤਾਂ ਤੁਸੀਂ ਤੇ ਆਪ ਰਲੇ ਹੋਏ ਹੋ ਔਰ ਦੂਸਰੇ ਤੇ ਤੁਸੀਂ ਉਂਗਲੇ ਚੱਕਦੇ ਪਏ ਹੋ। ਠੀਕ ਹੈ, ਜਵਾਬ ਲੈ ਲਈਏ। ਤੁਸੀਂ ਪਾਸੇ ਸਿਰਫ ਇਹ ਕਲੈਰੀਫਾਈ ਕਰੋ, ਮੈਂ ਸਮਝ ਪਾ ਰਿਹਾ ਤੁਹਾਡੇ ਕੋਲ। Who is the inspecting officer? Who is the inquiry officer? ਠੀਕ ਹੈ, ਵੈਲਿਡ ਪੁਆਇੰਟ ਹੈ ਤੁਹਾਡਾ, ਵੈਲਿਡ ਪੁਆਇੰਟ ਹੈ ਸਲੀਮ ਸਾਹਿਬ। ਆਪਾਂ ਜਵਾਬ ਲੈ ਲਈਏ। ਸਮਾਂ ਬਹੁਤ ਘੱਟ ਹੋਏਗਾ, ਇੱਕ ਰਿਐਕਸ਼ਨ ਮੈਂ ਦੁਬਾਰਾ ਲਾਉਂਗਾ ਸਾਰਿਆਂ ਤੋਂ। ਪਾਸੀ ਬਹੁਤ ਛੋਟਾ ਜਿਹਾ ਜਵਾਬ ਦਿਓ, 10 ਸੈਕਿੰਡ ਨਹੀਂ ਦੇ ਪਾਉਂਗਾ। ਦੇਖੋ, ਮੁਖਤਾਰ ਅੰਸਾਰੀ ਵਰਗੇ ਸੀਰੀਅਸ ਮੁੱਦੇ ਨੂੰ ਇਹ ਕਦੇ ਐਡਵਰਟਾਈਜ਼ਮੈਂਟ ਵਾਲੇ ਪਾਸੇ, ਕਦੇ ਦਿੱਲੀ ਵਾਲੇ ਪਾਸੇ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੈਂ ਕਲੀਅਰ ਦੱਸਿਆ, CM ਸਾਹਿਬ ਨੇ ਕਲੀਅਰ ਦੱਸਿਆ ਕਿ ਇਨਕੁਆਇਰੀ ਦੀ ਜਾਂਚ ਦੀ ਰਿਪੋਰਟ ਆ ਚੁੱਕੀ ਹੈ ਔਰ ਹੁਣ ਇਹ ਜਿਹੜਾ ਐਕਸ਼ਨ ਹੋਏਗਾ। ਔਰ ਅਗਰ CM ਸਾਹਿਬ ਨੇ ਫਾਈਲ ਮੋੜੀ ਹੈ 55 ਲੱਖ ਦੀ, ਤਾਂ ਹੀ ਅੱਜ ਐਡਾ ਸੀਰੀਅਸ ਮੁੱਦਾ ਇੱਥੇ ਡਿਸਕਸ ਹੋ ਰਿਹਾ ਹੈ। ਨਹੀਂ ਤਾਂ ਤੁਹਾਡੀ ਤਰ੍ਹਾਂ ਚੁੱਪ ਕਰਕੇ ਦੇ ਦਿੰਦੇ। ਠੀਕ ਹੈ, ਤੁਹਾਨੂੰ ਲੱਗਦਾ ਕਿ ਇਨਕੁਆਇਰੀ ਹੋ ਗਈ ਕਿ ਕਿਸਨੇ ਫੋਨ ਕਾਲ ਫਰਜ਼ੀ ਦੱਸ ਦਿੱਤਾ, ਫਰਜ਼ੀ ਪਰਚਾ ਹੋ ਗਿਆ, ਸਭ ਇਨਕੁਆਇਰੀ ਡਨ? ਹਾਂ, ਇਹ ਕੱਲ ਤੱਕ ਜਾਂ ਪਰਸੋਂ ਤੱਕ ਜਨਤਕ ਹੋ ਜਾਣੀ ਹੈ, ਸਾਰੇ ਫੈਕਟਸ ਕਲੀਅਰ ਆ ਜਾਣਗੇ। ਇੰਤਜ਼ਾਰ ਰਹੇਗਾ। ਸੰਧੂ ਸਾਹਿਬ। ਗੌਰਵ ਜੀ ਦੇਖੋ, ਇਹ ਕਹਿੰਦੇ ਰਿਕਵਰੀ ਕਰਾਂਗੇ ਇੱਥੋਂ ਉਹਨਾਂ ਕੋਲੋਂ। ਆਸ਼ੂ ਜੀ, ਧਰਮਸ਼ੋਤ ਜੀ, ਸੁੰਦਰ ਸ਼ਾਮ ਅਰੋੜਾ ਜੀ, ਬੱਸੀ ਜੀ, ਇਹਨਾਂ ਨੇ ਵਿਜੀਲੈਂਸ ਦਾ ਡਰਾਵਾ ਪਾ ਕੇ ਕੇਸ ਕਰਤੇ। ਕਿੰਨੀ ਕੁ ਰਿਕਵਰੀ ਇਹਨਾਂ ਤੋਂ ਕਰ ਲਈ? ਇਹ ਦੱਸਾਂ, ਇਹ ਵਿਚਾਰਾ ਕਹਿੰਦੇ ਨਾ ਬੱਬਰ ਸ਼ੇਰ ਨੇ ਸਾਡੇ ਕਾਂਗਰਸ ਦੇ, ਤੁਹਾਨੂੰ ਬੜਾ ਵੱਡਾ ਭੁਲੇਖਾ। ਲੜਾਈ ਲੜੋ ਸਿੱਧੀ ਹੋ ਕੇ, ਤੁਸੀਂ ਮੈਦਾਨ ਚ ਆਓ, ਆਪਣੀਆਂ ਪ੍ਰਾਪਤੀਆਂ ਗਣਾਓ 1 ਸਾਲ ਦੀਆਂ ਵੀ ਅਸੀਂ ਕੀਤਾ ਕੀ ਆ, ਫਿਰ ਅਸੀਂ ਤੁਹਾਨੂੰ ਦੱਸੀਏ ਵੀ ਤੁਸੀਂ 1 ਸਾਲ ਚ ਕੀ ਨਹੀਂ ਕੀਤਾ, ਫਿਰ ਅਸੀਂ ਦੱਸਾਂਗੇ। ਇਹ ਹੁੰਦੀ ਹੈ ਪੋਜ਼ਿਟਿਵ ਐਟੀਟਿਊਡ ਤੇ ਲੜਾਈ। ਪੋਜ਼ਿਟਿਵ ਤੁਸੀਂ ਆਓ ਮੈਦਾਨ ਚ, ਲੋਕਾਂ ਦੱਸੋ। ਆਹ ਡਰਾਮੇ ਕਰਕੇ, ਆਹ ਝੂਠ ਬੋਲ ਕੇ, ਆਹ ਗੱਲ ਕਰਕੇ ਇਸ ਤਰ੍ਹਾਂ ਨਹੀਂ। ਇਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਬਾਰ-ਬਾਰ ਇੱਕ ਨਹੀਂ ਹਜ਼ਾਰਾਂ ਵਾਰ ਪੁੱਛਣਾ ਵੀ ਦੱਸੋ ਵੀ ਤੁਸੀਂ ਉਹਦੇ ਪੈਸੇ ਦੀ ਰਿਕਵਰੀ ਕਿੱਥੇ ਆ, ਇਹ ਪੈਸੇ ਦੀ ਰਿਕਵਰੀ ਕਿੱਥੇ ਆ। ਉਹ ਤਾਂ ਤੁਸੀਂ ਕਿਹਾ ਸੀ, ਅੱਜ ਦੀ ਡੇਟ ਤੁਸੀਂ ਭੱਜ ਨਹੀਂ ਸਕਦੇ। ਵੀਡੀਓ ਕਲਿੱਪ ਲੋਕਾਂ ਦੇ ਕੋਲ ਰਹਿਣੇ, ਸਾਰੀ ਉਮਰ ਰਹਿਣੇ ਆ। ਪੋਜ਼ਿਟਿਵ ਲੜਾਈ ਲੜੋ, ਦੱਸੋ ਲੋਕਾਂ ਨੂੰ ਵੀ ਅਸੀਂ ਆਹ ਕੀਤਾ। ਅਸੀਂ ਤਾਂ ਦੱਸਾਂਗੇ ਤੁਸੀਂ ਆਹ ਨਹੀਂ ਕੀਤਾ। ਜੇ ਜਨਤਾ ਦੇ ਵਿੱਚ ਤੁਸੀਂ ਜਿੱਤ ਗਏ, ਤੁਸੀਂ ਜਿੱਤ ਗਏ। ਜੇ ਅਸੀਂ ਜਿੱਤ ਗਏ, ਅਸੀਂ ਜਿੱਤ ਗਏ। ਠੀਕ ਹੈ ਸੰਧੂ ਸਾਹਿਬ, ਤੁਹਾਨੂੰ ਲੱਗ ਰਿਹਾ ਹੈ ਕਿ ਇਲੈਕਸ਼ਨ ਦੇ ਵਿੱਚ ਜਾਂ ਜੋ ਵੀ ਮਾਹੌਲ ਇਸ ਸਮੇਂ ਪੰਜਾਬ 'ਚ ਉਸ ਦੌਰਾਨ ਮੁਖਤਾਰ ਅੰਸਾਰੀ ਜਾਂ ਉਸਦੇ ਵਕੀਲ ਦਾ ਬਿੱਲ ਕੋਈ ਵੱਡਾ ਮੁੱਦਾ ਨਹੀਂ ਹੈ? ਬਿਲਕੁਲ ਨਹੀਂ। ਇਟਸ ਆ ਪੋਲੀਟੀਕਲ ਸਟੰਟ। ਮੈਂ ਪਹਿਲੀ ਵਾਰੀ ਕਿਹਾ ਤੇ ਲਾਸਟ ਕੋਰਟ ਵੀ ਹੁਕਮ। ਠੀਕ ਹੈ। ਪਾਸੀ ਸਾਹਿਬ ਜਵਾਬ ਦੇ ਦਿਓ। ਆਪਾਂ ਇੱਕ ਵਾਰ ਸਭ ਤੋਂ ਦੁਬਾਰਾ ਰਿਐਕਸ਼ਨ ਲਵਾਂਗੇ, ਬਹੁਤ ਛੋਟਾ ਜਵਾਬ ਰੱਖਿਓ। ਦੇਖੋ, ਕਾਂਗਰਸ ਐਡੇ ਸੀਰੀਅਸ ਮੁੱਦੇ ਨੂੰ ਇੱਕ ਗੈਂਗਸਟਰ ਦੀ ਪੁਸ਼ਤਪਨਾਹੀ ਕਰਨ ਨੂੰ ਅਗਰ ਇਦਾਂ ਕਹਿ ਰਹੀ ਹੈ ਤਾਂ ਇਹ ਇਸ ਤੋਂ ਸਾਬਤ ਹੁੰਦਾ ਕਿ ਕਾਂਗਰਸ ਦੀ ਜਿਹੜੇ ਲੀਡਰਸ਼ਿਪ ਕੁਛ ਰਹੀ ਹੈ ਉਹ ਲਗਾਤਾਰ ਗੈਂਗਸਟਰ ਦੀ ਪੁਸ਼ਤਪਨਾਹੀ ਕਰਦੀ ਰਹੀ ਹੈ। ਦੂਜੀ ਚੀਜ਼ ਇਹਨਾਂ ਨੇ ਕਿਹਾ ਸ਼ਾਮ ਸੁੰਦਰ ਅਰੋੜਾ, ਸਾਧੂ ਸਿੰਘ ਧਰਮਸੋਤ। ਮੈਂ ਇਹਨਾਂ ਨੂੰ ਐਗਜ਼ਾਮਪਲ ਦੇਣਾ ਚਾਹੁੰਦਾ। ਅਗਰ ਸਾਧੂ ਸਿੰਘ ਧਰਮਸੋਤ ਦੀ 2019 ਦੇ ਵਿੱਚ ਤੁਹਾਡੀ ਹੀ ਸਰਕਾਰ ਦੇ ਸਮੇਂ ਸਕਾਲਰਸ਼ਿਪ ਦੀ ਆਵਾਜ਼ ਉੱਠ ਗਈ ਸੀ, ਖਬਰਾਂ ਆ ਗਈਆਂ ਸੀ, ਉਦੋਂ ਕਿਹਾ ਸੀ। ਦੂਸਰੀ ਚੀਜ਼, ਅਗਰ ਤੁਸੀਂ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰਦੇ ਹੋ ਤਾਂ ਉਹ ਕਿਉਂ ਫਿਰ ਰਿਸ਼ਵਤ ਦੇਣ ਗਏ ਸੀ ਇੱਕ ਆਫੀਸਰ ਨੂੰ? ਅਗਰ ਉਹਨਾਂ ਨੇ ਗਲਤ ਨਹੀਂ ਸੀ ਕੀਤਾ, ਉਹ ਕਿਉਂ ਉਹਨਾਂ ਦੇ ਘਰੋਂ ਨੋਟ ਮਸ਼ੀਨਾਂ ਮਿਲੀਆਂ? ਤੀਜੀ ਚੀਜ਼ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੰਦਾ। ਕਿਆ ਭੁਪਿੰਦਰ ਸਿੰਘ ਹਨੀ ਔਰ ਉਸਦੇ ਸਾਥੀ ਤੋਂ 10 ਕਰੋੜ ਨਹੀਂ ਪਕੜਿਆ ਗਿਆ? ਤੁਸੀਂ ਕਰਪਸ਼ਨ ਕਰਕੇ ਤੁਸੀਂ ਅੱਜ ਕਹਿ ਰਹੇ ਹੋ ਕਿ ਇਹ ਗਲਤ ਹੋ ਰਿਹਾ, ਇਹ ਸਟੰਟ ਹੋ ਰਿਹਾ। ਤੁਸੀਂ ਸਿਰਫ ਇੱਕ ਚੋਣ ਦਾ ਨਾਮ ਲੈ ਕੇ ਕੀਤੀ ਹਰ ਆਪਣੀ ਗੁਨਾਹਾਂ ਨੂੰ, ਆਪਣੇ ਕੀਤੇ ਪਾਪਾਂ ਨੂੰ ਛੁਪਾ ਲਓਗੇ। ਸੰਧੂ ਸਾਹਿਬ ਜੀ, ਇਸ ਤਰ੍ਹਾਂ ਫਿਰ ਕੇਜਰੀਵਾਲ ਦਾ ਭਾਂਜਾ ਕੇ ਭਤੀਜਾ ਫੜਿਆ ਗਿਆ ਸੀ, ਉਹਦੇ ਕਰਕੇ ਕੇਜਰੀਵਾਲ ਨੂੰ ਸਜ਼ਾ ਹੋਊਗੀ। ਹਨੀ ਕੋ ਫੜਿਆ ਗਿਆ ਤੇ ਨਾਮ ਦੱਸ ਦਿਓ ਕੇਜਰੀਵਾਲ ਦੇ ਭਾਂਜੇ। ਤੁਸੀਂ ਦੱਸੋ ਨਾ ਮੈਨੂੰ, ਤੁਸੀਂ ਇਹਦਾ ਕੀ ਕਸੂਰ ਹੈ? ਕਿਸੇ ਰਿਸ਼ਤੇਦਾਰ ਕੋ ਫੜੇ ਗਏ, ਉਹਨਾਂ ਕੋ ਫੜੇ ਗਏ। ਤੁਸੀਂ ਹਰ ਬੰਦੇ ਨੂੰ ਵਿਜੀਲੈਂਸ ਦਾ ਡਰਾਵਾ ਦਿੰਦੇ ਹੋ, ਹਰ ਬੰਦੇ ਨੂੰ ਬੁਲਾਉਂਦੇ ਹੋ। ਠੀਕ ਹੈ, ਪਰ ਸੰਧੂ ਸਾਹਿਬ ਦੇਖੋ, ਕਾਂਗਰਸ ਦੇ ਸ਼ੇਰ ਨੇ, ਇਹਨਾਂ ਨੂੰ ਤੁਸੀਂ ਡਰਾ ਨਹੀਂ ਸਕਦੇ। ਠੀਕ ਹੈ, ਆਪਾਂ ਵੱਖ-ਵੱਖ ਮੁੱਦੇ ਉੱਤੇ ਗੱਲਬਾਤ ਤਾਂ ਕਰ ਰਹੇ ਹਾਂ,
ਪਰ ਮੈਂ ਕੰਕਲੂਡ ਵਾਲੇ ਪਾਸੇ ਵਧਣਾ। ਦੇਖੋ, ਜੇ ਇਹਨਾਂ ਨੂੰ ਪੁੱਛਣਗੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੰਜਾਬ ਦੇ ਲੋਕ ਕਿ ਕਿੱਥੋਂ ਰਿਕਵਰ ਹੋਇਆ ਜਾਂ ਕਿਵੇਂ ਰਿਕਵਰ ਹੋਇਆ ਜਾਂ ਨਹੀਂ ਹੋਇਆ, ਵੀਡੀਓ ਕਲਿੱਪ ਸੰਭਾਲਣਗੇ, ਸਵਾਲ ਸਰ ਤੁਹਾਨੂੰ ਵੀ ਹੋਏਗਾ ਕਿ ਕਿਉਂ ਵਕੀਲ ਕੀਤਾ ਗਿਆ ਇੱਕ ਵੱਡਾ ਇੱਕ ਗੈਂਗਸਟਰ ਦੇ ਲਈ। ਗੌਰਵ ਜੀ ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਸੁਖਜਿੰਦਰ ਰੰਧਾਵਾ ਜੀ ਨੇ ਅੱਜ ਕਲੀਅਰ ਕੀਤਾ ਵੀ ਮੈਂ ਜੇਲ੍ਹ ਮੰਤਰੀ ਸੀ, ਮੈਂ ਹੋਮ ਮਿਨਿਸਟਰ ਨੂੰ ਹਰ ਚੀਜ਼ ਦੱਸੀ ਹੈ। ਤੁਸੀਂ ਗੱਲ ਪਹਿਲਾਂ ਗਈ, ਫਿਰ ਹੋਮ ਮਿਨਿਸਟਰ ਉਹਦੇ ਕੌਣ ਸੀਗਾ? ਅੱਜ ਕਿਉਂ ਨਹੀਂ ਸਰੀਰ ਦੀ ਆਵਾਜ਼ ਨਿਕਲੀ? ਠੀਕ ਹੈ, ਨਹੀਂ ਦੇਖੋ, ਇੱਕ ਚੀਜ਼ ਤੁਸੀਂ ਸਹਿਮਤ ਹੋਵੋਗੇ ਕਿ ਸਰਕਾਰ ਦਾ ਡਿਸੀਜਨ ਸੀ, ਜਿਵੇਂ ਹੁਣ ਪਾਰਟੀ ਦੀ ਵੱਖਰੀ ਪਾਰਟੀ ਦੀ ਸਰਕਾਰ ਹੈ, ਸਰੀਨ ਸਾਹਿਬ ਜੋ ਜ਼ਿਕਰ ਕਰ ਰਹੇ ਸੀ ਕਿ ਉੱਥੇ ਵੀ ਪਾਰਟੀ ਸਰਕਾਰ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ, ਤਾਂ ਸਵਾਲ ਤਾਂ ਜ਼ਰੂਰ ਉੱਠਣਗੇ। ਹੁਣ ਤੁਸੀਂ ਹਰ ਚੀਜ਼ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਦੇ ਉੱਤੇ ਪਾ ਕੇ ਵੀ ਨਹੀਂ ਬਚ ਸਕਦੇ, ਇਹ ਵੀ ਇੱਕ ਫੈਕਟ ਹੈ ਸੰਧੂ ਸਾਹਿਬ, ਕਿਉਂਕਿ ਸਰਕਾਰ ਤਾਂ 4.5 ਸਾਲ ਰਹੀ ਹੈ ਨਾ ਕਾਂਗਰਸ ਦੀ ਕੈਪਟਨ ਦੀ ਅਗਵਾਈ ਦੇ ਵਿੱਚ। ਸਰ ਕੌਣ ਬਚ ਰਿਹਾ? ਅਸੀਂ ਤੇ ਕਹਿ ਰਹੇ ਹਾਂ ਅਸੀਂ ਹਰ ਜਾਂਚ ਨੂੰ ਤਿਆਰ ਹਾਂ। ਦੱਸੋ, ਜਿੰਨਾ ਤੇ ਤੁਸੀਂ ਇਲਜ਼ਾਮ ਲਾ ਲਿਓ, ਸੁਖਜਿੰਦਰ ਰੰਧਾਵਾ ਜੀ ਨੇ ਅੱਜ ਕਲੀਅਰ ਕਿਹਾ ਵੀ ਮੈਂ ਪਹਿਲਾਂ ਵੀ ਹਰ ਚੀਜ਼ ਦੱਸ ਚੁੱਕਾ, ਤੁਸੀਂ ਜੋ ਕੁਝ ਮੈਨੂੰ ਪੁੱਛਣਾ ਮੈਂ ਹਰ ਚੀਜ਼ ਦੱਸਣ ਨੂੰ ਤਿਆਰ ਹਾਂ। ਮੈਂ ਕਿਤੇ ਚਲਾ ਗਿਆ, ਮੈਂ ਕਿਤੇ ਕੰਪੇਨ ਕਰਨਾ, ਮੈਨੂੰ ਜਿਹੜੀ ਚੀਜ਼ ਪੁੱਛਣੀ ਹੈ ਪੁੱਛ ਲਓ। ਪਰ ਫਿਰ ਮੈਂ ਕਹਿੰਦਾ ਨਿਕਲਣਾ ਹੀ ਕੁਛ ਨਹੀਂ ਇਸ ਚੀਜ਼ ਚੋਂ ਕੁਛ ਨਹੀਂ ਨਿਕਲਣਾ। ਲੱਸੀ ਨੂੰ ਕੀ ਰੜਕੋਗੇ? ਜਿੰਨਾ ਮਰਜ਼ੀ ਰੜਕੋ, ਮੱਖਣ ਉਹ ਚੋਂ ਨਹੀਂ ਨਿਕਲ ਸਕਦਾ। ਨਹੀਂ, ਠੀਕ ਹੈ, ਇੱਕ ਤੁਹਾਡਾ ਇਹ ਵੀ ਵੈਲਿਡ ਪੁਆਇੰਟ ਹੈ ਕਿ ਜੇਕਰ ਜਾਂਚ ਹੁੰਦੀ ਹੈ ਤਾਂ ਫਿਰ ਇਹ ਨਾ ਹੋਵੇ ਕਿ ਹੁਣ ਕੋਈ ਫਲਾਣੀ ਪਾਰਟੀ ਦੇ ਵਿੱਚ ਇਸ ਕਰਕੇ ਉਹਨੂੰ ਜਾਂਚ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂ ਉਸ ਤੋਂ ਪੁੱਛਿਆ ਨਹੀਂ ਜਾਂ ਫਿਰ ਕੋਈ ਕਾਰਵਾਈ ਨਹੀਂ ਹੋਈ। ਉਹ ਤਾਂ ਫਿਰ ਜਿਹੜਾ ਵੀ ਉਸ ਸਮੇਂ ਦਾ ਅਧਿਕਾਰੀ ਸੀ ਜਾਂ ਮੰਤਰੀ ਸੀ ਜਾਂ ਸੰਤਰੀ ਸੀ, ਉਸ ਦੇ ਉੱਤੇ ਐਕਸ਼ਨ ਤਾਂ ਲਾਜ਼ਮੀ ਤੌਰ ਤੇ ਜੇਕਰ ਇਸ ਤਰੀਕੇ ਨਾਲ ਹੋਇਆ ਤਾਂ ਹੋਣਾ ਚਾਹੀਦਾ। ਮੇਰੇ ਕੋਲ ਬਹੁਤ ਥੋੜਾ ਟਾਈਮ ਹੈ, ਸਰੀਨ ਸਾਹਿਬ ਇੱਕ ਛੋਟਾ ਜਿਹਾ ਕਮੈਂਟ। गौरव जी, आम आदमी पार्टी की एक आदत है कि एलिगेशन लगा देना, इशू क्रिएट कर देना, मुड़ के चुप करके बह जाना, इन्हें पुरानी आदत है। मैं इन्हें पूछता हैगा, दिल्ली लीकर स्कैम ਦੇ ਵਿੱਚ ਵਿਜੇ ਨਾਇਰ ਤੇ ਤੁਹਾਡਾ ਕਮਿਊਨੀਕੇਸ਼ਨ ਹੈਡ ਸੀਗਾ, ਸਾਊਥ ਦੇ ਨਾਲ ਮੀਟਿੰਗਾਂ ਮਿਨੀ ਸਿਸੋਦੀਆ ਦੇ ਗਈਆਂ, ਮਿਨੀ ਸਿਸੋਦੀਆ हैदराबाद जाके मीटिंग करके आया, उस वेले भी तुसीं कहंदे हो इंक्वायरी की। मतलब कहण दा ये है, मेरा ये कहना है कि अज जिहड़ा इशू खड़ा किया गया स्वाए जलंधर लोक सभा चुनाव नूं देखदे होए जी 55 ਲੱਖ ਦੀ ਕੋਈ ਇਸ਼ੂ ਹੀ ਨਹੀਂਗਾ, ਔਰ ਇਹਨਾਂ ਨੂੰ ਵੀ ਪਤਾ ਸੀ ਪੇਮੈਂਟ ਦਿੱਤੇ ਬਿਨਾਂ ਨਹੀਂ ਬਚ ਸਕਦੇ, ਸਾਨੂੰ ਦੇਣੀ ਪੈਣੀ ਹੈ, ਵਕੀਲ ਦੀ ਫੀਸ ਨਹੀਂ ਮਾਰੀ ਜਾ ਸਕਦੀ ਕਿਉਂਕਿ ਗਵਰਨਮੈਂਟ। ਠੀਕ ਹੈ, ਨਹੀਂ ਸਰੀਨ ਸਾਹਿਬ, ਤੁਹਾਨੂੰ ਲੱਗ ਰਿਹਾ ਹੈ ਜਾਂ ਬੀਜੇਪੀ ਨੂੰ ਲੱਗ ਰਿਹਾ ਹੈ, ਬਹੁਤ ਛੋਟਾ ਜਿਹਾ ਜਵਾਬ ਚਾਹੂੰਗਾ ਕਿ ਬੀਜੇਪੀ ਨੂੰ ਲੱਗ ਰਿਹਾ ਕਿ ਮੁਖਤਾਰ ਅੰਸਾਰੀ ਦਾ ਮਸਲਾ ਜਲੰਧਰ ਬਾਈ ਇਲੈਕਸ਼ਨ ਤੋਂ ਬਾਅਦ ਚੁੱਕਿਆ ਜਾਣਾ ਚਾਹੀਦਾ ਸੀ ਕਿ ਵੇਟ ਕਰ ਲੈਂਦੇ ਹੋਰ 20 ਦਿਨ। ਨੋ ਮੈਂ ਅਸੀਂ ਮੁਖਤਾਰ ਅੰਸਾਰੀ ਦਾ ਇਸ਼ੂ ਅੱਜ ਦਾ ਨਹੀਂ ਕਿੰਨੀ ਚਿਰ ਦਾ ਉਠਾ ਰਹੇ ਹਾਂ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਚੱਕਿਆ ਸੀਗਾ, ਤੁਹਾਨੂੰ ਯਾਦ ਹੋਏਗਾ, ਆਪਾਂ ਡਿਬੇਟ ਵੀ ਕੀਤੀ ਸੀ। ਬਿਲਕੁਲ, ਮੈਂ ਮੁਖਤਾਰ ਅੰਸਾਰੀ ਦੇ ਇਸ਼ੂ ਦੀ ਨਹੀਂ ਗੱਲ ਕਰ ਰਿਹਾ। ਅੱਜ ਇਸ਼ੂ ਸਿਰਫ 55 ਲੱਖ ਦੀ ਪੇਮੈਂਟ ਦਾ ਆਇਆ। ਇਟ ਇਜ਼ ਨਾਟ ਦ ਮੁਖਤਾਰ ਅੰਸਾਰੀ ਕਿ ਵੀ ਉਹਨੂੰ ਕਿਉਂ ਲਿਆਂਦਾ ਗਿਆ, ਕਿਵੇਂ ਲਿਆਂਦਾ ਗਿਆ, ਇਹ ਇਸ਼ੂ ਨਹੀਂ ਹੈਗਾ। ਅੱਜ ਸਿਰਫ ਔਰ ਸਿਰਫ ਇਸ਼ੂ ਇੱਕੋ ਹੀ ਹੈਗਾ ਕਿ 55 ਲੱਖ ਦੀ ਪੇਮੈਂਟ ਸੀ, ਅਸੀਂ ਉਹ ਰੋਕ ਦਿੱਤੀ। ਉਹ ਇੱਕ ਪਬਲਿਕ ਇਮੇਜ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਮੈਂ ਤੇ ਜਿਹੜਾ ਹੈਗਾ ਨਾ ਇਦਾਂ ਕਰ ਦਿੱਤਾ। ਨਹੀਂ ਚਲੋ, ਵਕੀਲ ਦੀ ਫੀਸ ਤਾਂ ਦੇਣੀ ਪਏਗੀ ਨਾ, ਗੁਰੂ ਵੀ ਨਹੀਂ ਰੋਕ ਸਕਦਾ ਪੇਮੈਂਟ ਨੂੰ। ਫੀਸ ਹੈ, ਮਿਹਨਤ ਹੈ, ਉਹ ਤਾਂ ਫੀਸ ਦੇਣੀ ਪਏਗੀ। ਟਾਂਡਾ ਸਾਹਿਬ, ਸਰ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਬਹੁਤ ਥੋੜਾ ਟਾਈਮ ਦੇ ਪਾਉਂਗਾ। ਸ਼ੂਟ ਐਂਡ ਸਕੂਟ ਦੇ ਮਾਹਰ ਹੈ ਆਮ ਆਦਮੀ ਪਾਰਟੀ ਇੰਕਲੂਡਿੰਗ ਕੇਜਰੀਵਾਲ ਜੀ। ਜਿੰਨੇ ਕੁਐਸਚਨਸ ਮੈਂ ਤੇ ਸਰੀਨ ਸਾਹਿਬ ਨੇ ਰੇਜ਼ ਕੀਤੇ ਆ ਉਹਦਾ ਇੱਕ ਜਵਾਬ ਨਹੀਂ ਦਿੱਤਾ ਮੇਰੇ ਵੀਰ ਪਾਸੀ ਜੀ ਨੇ। ਇਹਦਾ ਮਤਲਬ ਇਹ ਐਡਮਿਟ ਕਰਦੇ ਹੈ ਕਿ ਇਹ ਸੈਂਕੜੇ ਕਰੋੜ ਬਾਹਰ ਲਾ ਰਹੇ ਹੈ, ਇਹਨਾਂ ਨੇ ਕਰੋੜਾਂ ਦੇ ਵਕੀਲ ਅੰਗੇਜ ਕੀਤੇ ਆ ਜੀ ਆਫਿਸ ਤੋਂ ਬਾਹਰ। ਇਹ ਇਹਨਾਂ ਦੀ ਓਪਨ ਐਡਮਿਸ਼ਨ ਆ ਚੁੱਕੀ ਹੈ। ਹੁਣ ਮੈਂ ਸਮਝਦਾ ਨੌਨ ਡਿਨਾਇਲ ਦਾ। ਠੀਕ ਹੈ, ਮੈਂ ਕੰਕਲੂਡ ਕਰਾਂ ਬਾਸੀ ਸਾਹਿਬ, ਤੁਹਾਡਾ ਫਾਈਨਲ ਕਮੈਂਟ। ਦੇਖੋ, ਤੁਹਾਡੇ ਉੱਤੇ ਇਲਜ਼ਾਮ ਇਹ ਕਹਿੰਦੇ ਤੁਸੀਂ ਇਸ਼ੂ ਕ੍ਰੀਏਟ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਉਹ ਕਿਸ ਤਣ ਪੱਤਣ ਲੱਗਿਆ ਪਤਾ ਨਹੀਂ ਲੱਗਦਾ। ਇਹ ਅਗਰ ਇਸ਼ੂ ਕ੍ਰੀਏਟ ਕਰਨ ਵਾਲੀ ਗੱਲ ਹੁੰਦੀ ਤਾਂ ਇਹਨਾਂ ਦੇ ਜਿਹੜੇ ਕਰਪਟ ਬੰਦੇ ਪਕੜੇ ਗਏ ਆ ਉਹ ਇੰਨੇ ਮਹੀਨੇ ਜੇਲ੍ਹਾਂ 'ਚ ਨਾ ਰਹਿੰਦੇ। ਔਰ ਦੂਜੀ ਗੱਲ ਜਿਹੜੀ ਢਾਂਡਾ ਸਾਹਿਬ ਤੁਸੀਂ ਸਿਰਫ ਪ੍ਰਜ਼ਿਊਮ ਕਰਕੇ ਇੱਕ ਫੈਕਟ ਜਿਹੜਾ ਤੱਥ ਕਿਤੇ ਐਗਜ਼ਿਸਟ ਹੀ ਨਹੀਂ ਕਰਦਾ, ਜਿੰਦਾ ਇੱਕ ਬੰਦਾ ਦੂਜੇ ਨੂੰ ਕਹਿੰਦਾ ਮੈਂ ਸੁਣਿਆ ਤੂੰ ਚੰਦ ਤੇ ਕੋਠੀ ਪਾ ਲਈ। ਇਹ ਇਹਨਾਂ ਦੀ ਪੋਜੀਸ਼ਨ ਹੈ। ਚੈੱਕ ਦੇਤਾ ਹੋਣਾ, ਇਹਨਾਂ ਨੇ ਇਹ ਰਿਪਲਾਈ ਨਹੀਂ ਦਿੱਤੀ, ਇਹ ਮੈਂ ਪ੍ਰਜ਼ਿਊਮ ਕਰ ਲਓ ਇਹਨਾਂ ਨੇ ਐਡਮਿਟ ਕਰ ਲਿਆ। ਉਹ ਤੁਸੀਂ ਚੰਦ ਤੇ ਕੋਠੀ ਪਾਉਣ ਵਾਲੀ ਗੱਲ ਕਰ ਲਿਓ। ਤੁਸੀਂ ਖੁਦ ਵਕੀਲ ਹੋ, ਕੋਈ ਨਹੀਂ, ਚੈੱਕ ਤਾਂ ਦੇਣਾ ਪੈਣਾ, ਕੋਈ ਨਹੀਂ, ਚੈੱਕ ਤਾਂ ਦੇਣਾ ਪੈਣਾ, ਚੈੱਕ ਤਾਂ ਦੇਣਾ ਹੀ ਪਏਗਾ ਨਾ। ਦੇਖੋ ਨਾਲ ਦੀ ਨਾਲ ਕਮਿਟਮੈਂਟ ਹੈ ਸਰ, ਉਹ ਤਾਂ ਚੈੱਕ ਤਾਂ ਦੇਣਾ ਹੀ ਪਏਗਾ। ਭਗਵੰਤ ਮਾਨ ਜੀ ਨੇ ਕੀ ਕਿਹਾ ਵੀ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵ ਸੀ, ਜਿਹੜੇ ਰਿਸਪੌਂਸਿਬਲ ਸੀ, ਮੈਨੂੰ ਸਿਰਫ ਇੱਕ ਚੀਜ਼ ਦਾ ਜਵਾਬ ਦੇ ਦਿਓ। ਚਾਰਜ ਸ਼ੀਟ ਪੇਸ਼ ਨਹੀਂ ਹੋਈ, ਟ੍ਰਾਇਲ ਚੱਲਿਆ ਨਹੀਂ, ਤੁਸੀਂ ਸਵਾ 2 ਸਾਲ ਬਾਅਦ ਯਾਨੀ 27 ਮਹੀਨੇ ਬਾਅਦ ਵੀ ਇਸ ਲਈ ਲੜ ਰਹੇ ਹੋ ਕਿ ਉਹਨੂੰ ਪੰਜਾਬ 'ਚ ਰੱਖਣਾ ਹੈ, ਜਿੱਥੇ ਉਹਦੇ ਉੱਤੇ ਮਰਡਰ ਹੀਨੀਅਸ ਕ੍ਰਾਈਮ ਉੱਥੇ ਜਾਨ ਨਹੀਂ ਦੇਣਾ। ਤੇ ਇਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਆਮ ਆਦਮੀ ਪਾਰਟੀ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਲਿਆ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁਖਤਾਰ ਅੰਸਾਰੀ ਇਹ ਗੱਲਬਾਤ ਹੋਈ ਹੈ, ਪਰ ਬਹੁਤ ਗੰਭੀਰ ਮੁੱਦਾ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ, ਤੁਹਾਡਾ, ਮੇਰਾ, ਸਭ ਦਾ ਪੈਸਾ ਲੱਗ ਰਿਹਾ ਸੀ ਉਸ ਦੇ ਵਿੱਚ। ਅਸੀਂ ਵੀ ਤੁਸੀਂ ਸਾਰੇ ਟੈਕਸ ਤਾਂ ਦਿੰਦੇ ਹਾਂ।
ਪਰ ਸਵਾਲ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਮੁੱਦੇ ਦਾ ਉੱਠਣਾ ਕਿ ਇਲੈਕਸ਼ਨ ਦੇ ਨਾਲ ਜੋੜਿਆ ਜਾਵੇ, ਜੇ ਹਾਂ ਤਾਂ ਕਿਉਂ, ਜੇ ਨਹੀਂ ਤਾਂ ਕਿਉਂ, ਇਸ ਦੇ ਉੱਤੇ ਗੱਲਬਾਤ ਕੀਤੀ ਅੱਜ ਅਸੀਂ। ਤੇ ਸਭ ਦੇ ਵਿਚਾਲੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਜਿਸ ਜਾਂਚ ਰਿਪੋਰਟ ਦਾ ਜ਼ਿਕਰ ਹੋ ਰਿਹਾ ਹੈ, ਜਿਸ ਦੇ ਬਿਹਾਫ ਦੇ ਉੱਤੇ ਕਹਿ ਦਿੱਤਾ ਗਿਆ ਕਿ 55 ਲੱਖ ਰੁਪਏ ਵਸੂਲਿਆ ਜਾਵੇਗਾ, ਉਸ ਜਾਂਚ ਰਿਪੋਰਟ ਦੇ ਵਿੱਚ ਹੈ ਕੀ? ਕਿਸ ਦੀ ਮਿਲੀ ਭੁਗਤ ਸੀ, ਕਿਸ ਦੀ ਪੁਸ਼ਤ ਪਨਾਹੀ ਸੀ, ਕਿਸ ਦੀ ਅੰਸਾਰੀ ਨਾਲ ਯਾਰੀ ਸੀ, ਸਭ ਕੁਝ ਸਾਹਮਣੇ ਆਵੇ। ਔਰ ਉਮੀਦ ਕਰਦੇ ਹਾਂ ਕਿ ਜਲਦ ਲੋਕਾਂ ਦੇ ਸਾਹਮਣੇ ਸਾਰੇ ਤੱਥ ਆਉਣਗੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।